ਧੰਨਵਾਦ ਹੈ। ਗ੍ਰੇਸ ਜੀ ਪ੍ਰਾਰਥਨਾ ਭਵਨ ਵੱਲੋਂ ਸਭ ਦਾ ਸਵਾਗਤ ਕੀਤਾ ਜਾਂਦਾ ਹੈ। ਪਰਮੇਸ਼ਵਰ ਦੇ ਅੱਛੇ ਦਿਨ ਦੇ ਲਈ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਜੋ ਪਰਮੇਸ਼ਵਰ ਨੇ ਅੱਜ ਸਾਡੇ ਜੀਵਨ ਦੇ ਵਿੱਚ ਦਿੱਤਾ। ਆਈਏ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਥੋੜ੍ਹੇ ਸਮੇਂ ਲਈ ਸਿੱਖਣ ਲਈ ਜਾਵਾਂਗੇ ਔਰ ਪਿਛਲੀ ਵਾਰ ਅਸੀਂ ਜੋ ਵਚਨ ਪੜ੍ਹਿਆ ਸੀ ਅਸੀਂ ਉਸੇ 'ਤੇ ਫਿਰ ਗੌਰ ਕਰਾਂਗੇ ਉਸ ਵਚਨ ਦੇ ਉੱਤੇ। ਆਈਏ ਮੇਰੇ ਨਾਲ ਕੱਢੀਏ ਆਪਾਂ ਜ਼ਬੂਰ 112 ਉਸ ਦੇ ਪਹਿਲਾ ਵਚਨ ਜਿਹੜਾ ਪੜ੍ਹਨਾ ਸ਼ੁਰੂ ਕਰੀਏ ਪਹਿਲੇ ਤੋਂ। ਜ਼ਬੂਰ 112 ਉਸ ਦੇ ਸ਼ੁਰੂ ਤੋਂ। ਹਾਲੇਲੂਇਆ। ਧੰਨ ਹੈ ਉਹ ਮਨੁੱਖ ਜਿਹੜਾ ਯਹੋਵਾ ਦਾ ਭੈ ਮੰਨਦਾ ਹੈ। ਹਾਂਜੀ, ਇੱਥੇ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਪੜ੍ਹਦੇ ਹਾਂ ਕਿ ਪਰਮੇਸ਼ਵਰ ਦਾ ਵਚਨ ਕਹਿੰਦਾ ਪਹਿਲਾ ਜਿਹੜਾ ਸ਼ਬਦ ਆਉਂਦਾ ਉਹ ਕਿਹੜਾ ਆਉਂਦਾ ਜੀ? ਹਾਲੇਲੂਇਆ। ਹਾਲੇਲੂਇਆ। ਹਾਲੇਲੂਇਆ ਮਤਲਬ ਪਰਮੇਸ਼ਵਰ ਦੀ ਮਹਿਮਾ, ਪਰਮੇਸ਼ਵਰ ਦੀ ਵਡਿਆਈ। ਤੋ ਹਾਲੇਲੂਇਆ ਸ਼ਬਦ ਦਾ ਜਿਹੜਾ ਮਤਲਬ ਹੈ ਪਰਮੇਸ਼ਵਰ ਦੀ ਉਸਤਤ ਹੋਵੇ, ਪਰਮੇਸ਼ਵਰ ਦੀ ਵਡਿਆਈ ਹੋਵੇ, ਪਰਮੇਸ਼ਵਰ ਦੀ ਮਹਿਮਾ ਹੋਵੇ। ਅਤੇ ਇਸ ਕਰਕੇ ਜਿਹੜਾ ਹਾਲੇਲੂਇਆ ਸ਼ਬਦ ਦਾ ਅਰਥ ਹੀ ਆ, ਅਗਰ ਆਪਾਂ ਨੂੰ ਕੋਈ ਪੁੱਛ ਲੈ ਭਈ ਤੁਸੀਂ ਹਾਲੇਲੂਇਆ ਕਿਉਂ ਬੋਲਦੇ ਆ, ਅਤੇ ਆਪਾਂ ਦੱਸ ਸਕਦੇ ਹਾਂ ਵੀ ਹਾਲੇਲੂਇਆ ਦਾ ਮਤਲਬ ਹੈ ਕਿ ਪਰਮੇਸ਼ਵਰ ਦੀ ਵਡਿਆਈ, ਪਰਮੇਸ਼ਵਰ ਦੀ ਉਸਤਤ। ਕਿਉਂਕਿ ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ, ਕਈ ਵਾਰ ਦੂਸਰੇ ਲੋਕ ਕੀ ਕਰਦੇ ਆ ਜੀ, ਮਜ਼ਾਕ ਕਰਦੇ ਆ, ਹੈ ਨਾ। ਛੋਟੇ ਛੋਟੇ ਜਵਾਕ ਗਲੀਆਂ ਵਿੱਚ ਜਦੋਂ ਆਪਾਂ ਬੰਦਗੀ ਕਰਦੇ ਹਾਂ, ਹੈ ਨਾ, ਅਤੇ ਕਈ ਵਾਰੀ ਗੁਆਂਢੀਆਂ ਦੇ ਜਵਾਕ ਹੀ ਹਾਲੇਲੂਇਆ ਹਾਲੇਲੂਇਆ ਕਹਿਣਾ ਤਾਂ ਆਉਂਦਾ ਨਹੀਂ ਉਹਨਾਂ ਨੂੰ, ਹੈ ਨਾ। ਹਾਲੇਲੂਇਆ ਹਾਲੇਲੂਇਆ ਕਰਦੇ ਫਿਰਦੇ ਵੀ ਇਹਨਾਂ ਸੰਗਾ ਮਜ਼ਾਕ ਕਰਦੇ, ਪਰ ਉਹ ਮਜ਼ਾਕ ਨਹੀਂ ਹੈ। ਉਹਦਾ ਮਤਲਬ ਹੈ ਪਰਮੇਸ਼ਵਰ ਦੀ ਵਡਿਆਈ, ਪਰਮੇਸ਼ਵਰ ਦੀ ਉਸਤਤ। ਕਿਉਂਕਿ ਬਚਨ 'ਚ ਲਿਖਿਆ, ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ ਵਿੱਚ ਪੜ੍ਹਦੇ ਹਾਂ ਤਾਂ ਲਿਖਿਆ ਪਰਮੇਸ਼ਵਰ ਦੇ ਸਵਰਗ ਦੂਤ ਜਿਹੜੇ ਆ ਉਹ ਸਵਰਗ ਦੇ ਵਿੱਚ ਉਹਦੇ ਪਰਮੇਸ਼ਵਰ ਦੀ ਆਰਾਧਨਾ ਕਰਦੇ ਆ ਹਾਲੇਲੂਇਆ ਬੋਲ ਕੇ। ਅਤੇ ਇਸ ਕਰਕੇ ਹਾਲੇਲੂਇਆ ਦਾ ਅਰਥ ਹੈ ਪਰਮੇਸ਼ਵਰ ਦੀ ਮਹਿਮਾ ਔਰ ਪਰਮੇਸ਼ਵਰ ਦੀ ਸਤੁਤੀ। ਇਸ ਕਰਕੇ ਜੇ ਕੋਈ ਹੈ ਨਾ ਕੀ ਕਰਦੇ ਆ, ਜੇ ਕੋਈ ਸਾਡੀ ਨਕਲ ਵੀ ਕਰਦਾ ਆ ਤਾਂ ਇਹਦਾ ਮਤਲਬ ਉਹ ਕੀ ਕਰਨ ਡਿਆ? ਉਹ ਪਰਮੇਸ਼ਵਰ ਦੀ ਮਹਿਮਾ ਕਰਨ ਡਿਆ। ਹਾਲੇਲੂਇਆ। ਕਈ ਵਾਰੀ ਮਜ਼ਾਕ ਨਾਲ ਵੀ ਕੋਈ ਕਰਦਾ ਅਤੇ ਉਹਨੂੰ ਇਹ ਨਹੀਂ ਪਤਾ ਵੀ ਇਹਨਾਂ ਦਾ ਮਜ਼ਾਕ ਉਡਾਉਣ ਡਿਆ ਕਿ ਮੈਂ ਪਰਮੇਸ਼ਵਰ ਦੀ ਮਹਿਮਾ ਕਰਨ ਡਿਆ। ਹਾਲੇਲੂਇਆ। ਇਸ ਕਰਕੇ ਇਹ ਹਾਲੇਲੂਇਆ ਸ਼ਬਦ ਜਿਹੜਾ ਹੈ ਇਹ ਮਜ਼ਾਕ ਵਾਲਾ ਨਹੀਂ ਆ। ਅਤੇ ਇਸ ਕਰਕੇ ਜਦੋਂ ਅਸੀਂ ਕਈ ਪਿੰਡਾਂ ਵਿੱਚ ਕਈ ਵਾਰੀ ਬੰਦਗੀ ਕਰਨ ਜਾਂਦੇ ਹੁੰਦੇ ਬਠਿੰਡਾ ਏਰੀਏ ਦੇ ਵਿੱਚ, ਅਤੇ ਬਠਿੰਡੇ 'ਚ ਰਹਿੰਦੇ ਸਮੇਂ ਅਤੇ ਉਹ ਕਹਿੰਦੇ ਹੁੰਦੇ ਸੀ ਹਾਲੇਲੂਇਆ ਵਾਲੇ ਆ ਗਏ। ਹਾਲੇਲੂਇਆ ਇਹਦਾ ਮਤਲਬ ਪਰਮੇਸ਼ਵਰ ਦੀ ਮਹਿਮਾ ਕਰਨ ਵਾਲੇ ਆ ਗਏ ਅਤੇ ਪਰਮੇਸ਼ਵਰ ਦੀ ਵਡਿਆਈ ਕਰਨ ਵਾਲੇ ਆ ਗਏ। ਉਹਨਾਂ ਨੂੰ ਤਾਂ ਪਤਾ ਨਹੀਂ ਹਾਲੇਲੂਇਆ ਵਾਲੇ ਆ ਗਏ। ਇਸ ਕਰਕੇ ਹਾਲੇਲੂਇਆ ਸ਼ਬਦ ਆਪਾਂ ਕਿਤੇ ਵੀ ਬੋਲ ਸਕਦੇ ਹਾਂ, ਕਦੋਂ ਵੀ ਬੋਲ ਸਕਦੇ ਹਾਂ। ਅਤੇ ਇਸ ਕਰਕੇ ਉਹਦਾ ਮਤਲਬ ਪਰਮੇਸ਼ਵਰ ਦੀ ਮਹਿਮਾ। ਫਿਰ ਅਗਲੀ ਕੜੀ 'ਚ ਲਿਖਿਆ ਧੰਨ ਹੈ ਉਹ ਮਨੁੱਖ ਜਿਹੜਾ ਯਹੋਵਾ ਦਾ ਭੈ ਮੰਨਦਾ। ਇਹਦਾ ਮਤਲਬ ਕਿ ਅਸੀਂ ਧੰਨ ਤਾਂ ਹੀ ਬਣ ਸਕਦੇ ਹਾਂ ਜੇ ਪਰਮੇਸ਼ਵਰ ਦਾ ਭੈ, ਪਰਮੇਸ਼ਵਰ ਦਾ ਡਰ ਜਿਹੜਾ ਸਾਡੇ ਜੀਵਨ ਦੇ ਵਿੱਚ ਹੋਏਗਾ। ਅਗਰ ਪਰਮੇਸ਼ਵਰ ਦਾ ਡਰ ਸਾਡੇ ਜੀਵਨ 'ਚ ਹੋਏਗਾ ਤਾਂ ਫਿਰ ਪਰਮੇਸ਼ਵਰ ਦੀਆਂ ਗੱਲਾਂ ਨੂੰ ਅਸੀਂ ਮੰਨਾਂਗੇ। ਹਾਲੇਲੂਇਆ। ਪਰਮੇਸ਼ਵਰ ਦੀ ਗੱਲ ਨੂੰ ਅਸੀਂ ਮੰਨਾਂਗੇ। ਅਤੇ ਜੇ ਪਰਮੇਸ਼ਵਰ ਦਾ ਡਰ ਨਹੀਂ ਗਾ, ਪਰਮੇਸ਼ਵਰ ਦਾ ਭੈ ਨਹੀਂ ਹੈ ਸਾਡੇ ਜੀਵਨ 'ਚ, ਅਤੇ ਫਿਰ ਪਰਮੇਸ਼ਵਰ ਦੀ ਗੱਲ ਵੀ ਅਸੀਂ ਸੁਣਾਂਗੇ ਨਹੀਂ। ਦੇਖੋ ਜੇ ਬੱਚੇ ਜਿਹੜੇ ਆ, ਜੇ ਬੱਚਿਆਂ ਦੇ ਅੰਦਰ ਮਾਂ ਪਿਓ ਦਾ ਡਰ ਨਹੀਂ ਹੋਏਗਾ ਅਤੇ ਬੱਚੇ ਜਿਹੜੇ ਆਪਣੇ ਮਾਂ ਪਿਓ ਦੀ ਗੱਲ ਨਹੀਂ ਸੁਣਨਗੇ। ਅੱਜ ਆਪਾਂ ਨੂੰ ਪਤਾ ਕਿ ਜੇ ਬੱਚਿਆਂ ਦੇ ਅੰਦਰ ਮਾਂ ਪਿਓ ਦਾ ਡਰ ਨਹੀਂ ਆ ਅਤੇ ਅੱਜ ਬੱਚੇ ਜਿਹੜੇ ਆ ਬੇਲਗਾਮ ਹੋਏ ਆ ਔਰ ਉਹਨਾਂ ਦੇ ਕੋਈ ਲਗਾਮ ਨਹੀਂ ਹੈ। ਔਰ ਜੇ ਮਾਂ ਬਾਪ ਕਹਿੰਦਾ ਤਾਂ ਵੀ ਸੁਣ ਲਈ ਤਿਆਰ ਨਹੀਂ ਆ, ਕਿਉਂਕਿ ਉਹਨਾਂ ਦਾ ਡਰ ਖਤਮ ਹੋ ਗਿਆ, ਡਰ ਨਹੀਂ ਆ। ਇਸ ਕਰਕੇ ਪਰਮੇਸ਼ਵਰ ਦਾ ਭੈ ਜਿਹੜਾ ਇਨਸਾਨ ਦੇ ਅੰਦਰ ਅਤੇ ਵਿਸ਼ਵਾਸੀਆਂ ਦੇ ਅੰਦਰ ਪਰਮੇਸ਼ਵਰ ਦਾ ਭੈ ਜਿਹੜਾ ਹੋਣਾ ਬਹੁਤ ਜ਼ਰੂਰੀ ਆ। ਅਤੇ ਜਦੋਂ ਅਸੀਂ ਵਚਨ 'ਚ ਪੜ੍ਹਦੇ ਹਾਂ ਅਯੂਬ ਦੀ ਕਿਤਾਬ ਦੇ ਵਿੱਚ ਲਿਖਿਆ, ਉਹਦੀ 28 ਦੀ 28 ਪੜ੍ਹ ਲਓ ਥੋੜ੍ਹੀ। ਅਯੂਬ ਦੀ ਕਿਤਾਬ ਉਹਦਾ 28 ਅਧਿਆਇ ਦਾ 28ਵਾਂ ਵਚਨ ਥੋੜ੍ਹਾ ਪੜ੍ਹੋ ਜਲਦੀ। ਅਯੂਬ ਦੀ ਕਿਤਾਬ ਜ਼ਬੂਰਾਂ ਤੋਂ ਪਹਿਲਾਂ ਆਊਗੀ। ਅਯੂਬ ਦੀ ਕਿਤਾਬ ਉਹਦਾ 28 ਦੇ 28 ਪੜ੍ਹ ਲਓ, ਲਾਸਟ ਵਾਲਾ ਵਚਨ। ਅਤੇ ਉਹਨੇ ਆਦਮੀ ਨੂੰ ਆਖਿਆ, ਵੇਖ ਪ੍ਰਭੂ ਦਾ ਭੈ ਉਹੀ ਬੁੱਧ ਹੈ। ਹਾਲੇਲੂਇਆ। ਪਰਮੇਸ਼ਵਰ ਦਾ ਭੈ ਕੀ ਆ ਜੀ? ਬੁੱਧ ਆ। ਹਾਲੇਲੂਇਆ। ਅਗਰ ਪਰਮੇਸ਼ਵਰ ਦਾ ਭੈ ਸਾਡੇ ਜੀਵਨ 'ਚ ਆ ਗਿਆ, ਪਰਮੇਸ਼ਵਰ ਦਾ ਡਰ ਸਾਡੇ ਜੀਵਨ 'ਚ ਆ ਗਿਆ, ਅਤੇ ਉਹ ਕਹਿੰਦਾ ਵੇਖ ਪਰਮੇਸ਼ਵਰ ਦਾ ਭੈ ਹੀ ਬੁੱਧ ਆ। ਹਾਲੇਲੂਇਆ। ਅਤੇ ਜਿਨ੍ਹਾਂ ਦੇ ਅੰਦਰ ਲਿਖਿਆ ਜਿਹੜੇ ਪਰਮੇਸ਼ਵਰ ਦਾ ਭੈ ਆ ਜਿਨ੍ਹਾਂ ਦੇ ਅੰਦਰ, ਉਹਨਾਂ ਦੇ ਅੰਦਰ ਬੁੱਧ ਆ।
ਅੱਛੀ ਬੁੱਧ ਪਰਮੇਸ਼ਰ ਉਹਨਾਂ ਨੂੰ ਦਿੰਦਾ। ਇਸ ਕਰਕੇ ਪਰਮੇਸ਼ਰ ਦੇ ਭੈ ਦੀਆਂ ਬਹੁਤ ਸਾਰੀਆਂ ਗੱਲਾਂ ਆ। ਜਦੋਂ ਅਸੀਂ ਪਰਮੇਸ਼ਰ ਦੇ ਭੈ ਦੇ ਬਾਰੇ ਪੜ੍ਹਦੇ ਹਾਂ, ਪਰਮੇਸ਼ਰ ਦੇ ਡਰ ਬਾਰੇ ਪੜ੍ਹਦੇ ਹਾਂ, ਅਤੇ ਪਰਮੇਸ਼ਰ ਦਾ ਭੈ ਜਿਹੜਾ ਸਾਡੇ ਜੀਵਨ 'ਚ ਹੋਣਾ ਬਹੁਤ ਜ਼ਰੂਰੀ ਆ। ਤਾਂ ਉਸ ਲਿਖਿਆ ਧੰਨ ਆ, ਇਹਦਾ ਮਤਲਬ ਜਿਹਦੇ ਜੀਵਨ 'ਚ ਪਰਮੇਸ਼ਰ ਦਾ ਭੈ ਆ, ਪਰਮੇਸ਼ਰ ਦਾ ਡਰ ਆ, ਉਹ ਧੰਨ ਆ, ਉਹ ਮੁਬਾਰਕ ਆ। ਹਾਲੇਲੂਇਆ। ਅਤੇ ਅੱਗੇ ਲਿਖਿਆ ਅਗਲੀ ਕੜੀ ਦੇ ਵਿੱਚ, ਉਸ ਦੇ ਹੁਕਮਾਂ ਵਿੱਚ ਬਹੁਤ ਮਗਨ ਰਹਿੰਦਾ ਹੈ। ਹਾਲੇਲੂਇਆ। ਜਿਹਦੇ ਅੰਦਰ ਪਰਮੇਸ਼ਰ ਦਾ ਡਰ ਆ, ਉਹ ਕੀ ਕਰਦਾ ਜੀ? ਉਹਦੇ ਹੁਕਮਾਂ ਦੇ ਵਿੱਚ ਉਹ ਮਗਨ ਰਹਿੰਦਾ, ਉਹਦੇ ਹੁਕਮਾਂ ਨੂੰ ਉਹ ਪੂਰਿਆਂ ਕਰਦਾ। ਇਸ ਕਰਕੇ ਅਸੀਂ ਅੱਜ ਆਪਣੇ ਜੀਵਨ ਦੇ ਵਿੱਚ ਵਿਚਾਰ ਕਰੀਏ, ਅਸੀਂ ਕਿੰਨਾ ਕੁ ਪਰਮੇਸ਼ਰ ਦਾ ਡਰ ਮੰਨਦੇ ਹਾਂ। ਜੇ ਡਰ ਮੰਨਦੇ ਹਾਂ ਤਾਂ ਫਿਰ ਜ਼ਰੂਰ ਪਰਮੇਸ਼ਰ ਦੇ ਹੁਕਮਾਂ 'ਤੇ ਵੀ ਕੀ ਕਰਾਂਗੇ? ਚੱਲਾਂਗੇ, ਉਹਦੇ ਹੁਕਮਾਂ ਨੂੰ ਮੰਨਾਂਗੇ। ਜੋ ਪਰਮੇਸ਼ਰ ਕਹੂਗਾ ਉਹ ਅਸੀਂ ਕਰਾਂਗੇ। ਇਸ ਕਰਕੇ ਪਰਮੇਸ਼ਰ ਦੇ ਹੁਕਮ ਜਿਹੜੇ ਆ, ਉਹ ਲਿਖਿਆ ਪਰਮੇਸ਼ਰ ਦੇ ਵਚਨ ਦੇ ਵਿੱਚ ਕਿ ਉਹਦੇ ਹੁਕਮ ਜਿਹੜੇ ਆ ਸਾਡੇ ਵਾਸਤੇ ਸਭ ਕੁਛ ਹੀ ਆ। ਸਾਡੇ ਵਾਸਤੇ ਆਸ਼ੀਸ਼ ਆ, ਸਾਡੇ ਵਾਸਤੇ ਚਾਨਣ ਆ, ਸਾਡੇ ਵਾਸਤੇ ਰੋਸ਼ਨੀ ਆ। ਇਸ ਕਰਕੇ ਪਰਮੇਸ਼ਰ ਦੇ ਹੁਕਮ, ਪਰ ਅੱਜ ਕੀ ਆ ਬਾਣੀ 'ਚ ਲਿਖਿਆ ਕਿ ਕਈ ਲੋਕਾਂ ਦੇ ਕੀ ਆ, ਪਰਮੇਸ਼ਰ ਦੇ ਹੁਕਮਾਂ ਨੂੰ ਛੱਡ ਕੇ ਮਨੁੱਖਾਂ ਦੇ ਹੁਕਮਾਂ ਦੀ ਜ਼ਿਆਦਾ ਕੀ ਕਰਦੇ? ਪਰਵਾਹ ਕਰਦੇ ਆ। ਹਾਲੇਲੂਇਆ। ਪਰ ਮਨੁੱਖ ਦੇ ਹੁਕਮ ਦੀ ਸਾਨੂੰ ਪਰਵਾਹ ਕਰਨ ਦੀ ਜ਼ਰੂਰਤ ਨਹੀਂ ਆ। ਜਦੋਂ ਪਰਮੇਸ਼ਰ ਦੇ ਹੁਕਮਾਂ ਨੂੰ ਅਸੀਂ ਮੰਨਦੇ ਹਾਂ, ਪਰਮੇਸ਼ਰ ਸਾਨੂੰ ਆਸ਼ੀਸ਼ ਦਿੰਦਾ, ਪਰਮੇਸ਼ਰ ਸਾਨੂੰ ਵਧਾਉਂਦਾ। ਕਿਉਂਕਿ ਪ੍ਰਭੂ ਨੇ ਕਿਹਾ, ਪ੍ਰਭੂ ਦੇ ਵਚਨ ਦੇ ਵਿੱਚ ਕਹਿੰਦਾ ਕਿ ਇਸ ਦੁਨੀਆ ਦੇ ਇਸ ਯੁੱਗ ਦੇ ਸਰੂਪ ਜਿਹੇ ਤੁਸੀਂ ਬਣਨਾ ਨਹੀਂ ਆ। ਰੋਮੀਆਂ ਦੀ ਪੱਤਰੀ ਉਹਦੀ 12 ਅਧਿਆਇ ਜਦੋਂ ਅਸੀਂ ਦੂਸਰਾ ਵਚਨ ਪੜ੍ਹਦੇ ਹਾਂ ਤਾਂ ਉੱਥੇ ਸਾਫ਼ ਲਿਖਿਆ, ਤੁਸੀਂ ਇਸ ਯੁੱਗ ਦੇ ਸਰੂਪ ਜਿਹੇ ਨਾ ਬਣੋ। ਹਾਲੇਲੂਇਆ। ਇਹਦਾ ਮਤਲਬ ਪਰਮੇਸ਼ਵਰ ਨੇ ਸਾਨੂੰ ਜੀਵਨ ਦਿੱਤਾ। ਯਿਸੂ ਮਸੀਹ ਨੇ ਸਾਨੂੰ ਚੁਣਿਆ ਇਸ ਸੰਸਾਰ ਦੇ ਵਿੱਚੋਂ, ਕਿਉਂਕਿ ਅਸੀਂ ਪਾਪ ਵਿੱਚ ਸੀਗੇ ਔਰ ਲਾਹਨਤ ਵਿੱਚ ਸੀਗੇ, ਸ਼ਰਾਪ ਵਿੱਚ ਸੀਗੇ। ਲੇਕਿਨ ਪਰਮੇਸ਼ਵਰ ਨੇ ਸਾਡੇ 'ਤੇ ਕਿਰਪਾ ਕੀਤੀ, ਯਿਸੂ ਨੇ ਸਾਡੇ 'ਤੇ ਕਿਰਪਾ ਕੀਤੀ ਔਰ ਉਹਨੇ ਸਾਨੂੰ ਚੁਣਿਆ ਅਤੇ ਅਸੀਂ ਤੋਬਾ ਕੀਤੀ, ਬਪਤਿਸਮਾ ਲਿਆ ਔਰ ਆਪਣਾ ਜੀਵਨ ਪਰਮੇਸ਼ਰ ਨੂੰ ਦਿੱਤਾ। ਅਤੇ ਇਹਦਾ ਮਤਲਬ ਅਸੀਂ ਉਸ ਸੰਸਾਰ ਨਾਲੋਂ ਪਰਮੇਸ਼ਰ ਨੇ ਸਾਨੂੰ ਕੀ ਕਰ ਦਿੱਤਾ ਜੀ? ਅਲੱਗ ਕਰਤਾ। ਹਾਲੇਲੂਇਆ। ਅਤੇ ਇਸ ਕਰਕੇ ਦੂਸਰਾ ਕੁਰਿੰਥੀਆਂ ਉਹਦੀ 5:17 ਵਿੱਚ ਲਿਖਿਆ ਕਿ ਜਿਹੜੇ, ਪੜ੍ਹ ਲਓ ਉਸ ਵਚਨ ਨੂੰ, ਦੂਸਰਾ ਕੁਰਿੰਥੀਆਂ 5:17, ਜਿਹੜੇ ਮਸੀਹ ਯਿਸੂ ਦੇ ਵਿੱਚ ਆ। ਸੋ ਜੋ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟੀ ਹੈ। ਹਾਂ, ਇੱਥੇ ਲਿਖਿਆ ਸੋ ਜੋ ਕੋਈ ਮਸੀਹ ਵਿੱਚ ਹੈ ਉਹ ਇੱਕ ਨਵੀਂ ਸ੍ਰਿਸ਼ਟੀ ਆ। ਹਾਲੇਲੂਇਆ। ਉਹ ਨਵੀਂ ਸ੍ਰਿਸ਼ਟੀ ਆ, ਨਵੀਂ ਪੈਦਾਇਸ਼ ਹੈ, ਨਵਾਂ ਜਨਮ ਆ। ਇਸ ਕਰਕੇ ਉਹਦੇ ਕੰਮ ਵੀ ਕੀ ਹੋਣੇ ਚਾਹੀਦੇ? ਫਿਰ ਨਵੇਂ ਹੀ ਹੋਣੇ ਚਾਹੀਦੇ। ਹਾਲੇਲੂਇਆ। ਇਸ ਪ੍ਰਭੂ ਨੇ ਸਾਨੂੰ ਕੀ ਕੀਤਾ? ਅਸੀਂ ਪ੍ਰਭੂ ਦੇ ਵਿੱਚ ਆਏ। ਯਿਸੂ ਮਸੀਹ, ਨਵਾਂ ਜਨਮ ਯਿਸੂ ਮਸੀਹ ਵਿੱਚ ਹੀ ਆ ਕੇ ਮਿਲਦਾ। ਹਾਲੇਲੂਇਆ। ਜਿਹੜਾ ਨਵਾਂ ਜਨਮ ਹੈ ਨਾ, ਇਹ ਯਿਸੂ ਮਸੀਹ ਦੇ ਵਿੱਚ ਆ ਕੇ ਮਿਲਦਾ ਹੈ। ਤੁਸੀਂ ਹੋਰ ਕਿਤੇ ਕਿਸੇ ਜਗ੍ਹਾ ਦੇ ਵਿੱਚ ਚਲੇ ਜਾਓ, ਗੁਰਦੁਆਰੇ ਚਲ ਜਾਓ, ਮੰਦਰ ਚਲ ਜਾਓ, ਮਸਜਿਦ ਦੇ ਵਿੱਚ ਚਲ ਜਾਓ, ਕਿਤੇ ਵੀ ਚਲ ਜਾਓ, ਤੁਹਾਨੂੰ ਉੱਥੇ ਨਵਾਂ ਜੀਵਨ ਨਹੀਂ ਮਿਲਣਾ। ਕਿਉਂਕਿ ਨਵੇਂ ਜੀਵਨ ਦਾ ਮਤਲਬ ਕਿ ਉਹ ਪਹਿਲਾਂ ਵੀ ਉਹੀ ਸੀ ਅਤੇ ਬਾਅਦ 'ਚ ਵੀ ਉਹੀ ਆ, ਕੋਈ ਬਦਲਾਹਟ ਆਉਂਦੀ ਨਹੀਂ। ਲੇਕਿਨ ਮਸੀਹ ਦੇ ਵਿੱਚ ਇਹ ਆ ਕਿ ਜਿਹੜੇ ਮਸੀਹ 'ਚ ਆ ਉਹ ਨਵੀਂ ਸ੍ਰਿਸ਼ਟੀ ਆ, ਉਹ ਨਵਾਂ ਜਨਮ ਆ, ਨਵੀਆਂ ਗੱਲਾਂ ਆ, ਸਭ ਕੁਛ ਬਦਲਿਆ ਹੋਇਆ ਉਹਦੇ ਵਿੱਚ। ਦੇਖੋ, ਜਦੋਂ ਮੈਂ ਮਸੀਹ ਦੇ ਵਿੱਚ ਆਇਆ ਅਤੇ ਮੇਰੇ ਜਿਹੜੇ ਪਰਿਵਾਰ ਵਾਲੇ ਰਿਸ਼ਤੇਦਾਰ ਸਾਰੇ ਲੋਕ, ਕਿਉਂਕਿ ਉਹਨਾਂ ਨੂੰ ਇਸ ਗੱਲਾਂ ਦਾ ਮਤਲਬ ਉਹ ਤਾਂ ਉਹ ਬੜੀ ਭਗਤੀ ਕਰਦੇ ਸੀ, ਆਪਣੇ ਆਪ ਨੂੰ ਭਗਤੀ ਸਮਝਦੇ ਸੀ। ਕਿਉਂਕਿ ਉਹ ਸਾਰੇ ਦੇ ਸਾਰੇ ਦੇਹ ਤਰੇ ਦੀ ਗੱਡੀ ਭਰ ਕੇ ਅਤੇ ਪਹਾੜਾਂ ਵਿੱਚ ਚਲ ਜਾਂਦੇ ਸੀ, ਆਪਣੀ ਗੱਡੀ ਲੈ ਕੇ। ਗੱਡੀ ਉਹਨਾਂ ਕੋਲ ਆਪਣੀ ਸੀ। ਅਤੇ ਪਰ ਮੈਂ ਨਹੀਂ ਕਦੀ ਵੀ ਗਿਆ ਸੀਗਾ, ਉਹਨਾਂ ਦੇ ਨਾਲ ਵੀ ਨਹੀਂ ਗਿਆ ਸੀ। ਪਰ ਮੈਂ ਕਦੀ ਘਰ 'ਤੇ ਰਹਿ ਲੈਂਦਾ ਸੀ ਰਾਖੀ ਕਰਨ ਵਾਸਤੇ। ਪਰ ਕੀ ਸੀਗਾ, ਉਹਨਾਂ ਨੂੰ ਇਹ ਸੀਗਾ ਅਸੀਂ ਪਤਾ ਨਹੀਂ ਕਿੱਡੀ ਕੁ ਭਗਤੀ ਕਰਨ ਡਏ, ਪਰ ਉਹਨਾਂ ਦਾ ਜੀਵਨ ਦੇ ਵਿੱਚ ਕੋਈ ਨਵਾਂਪਨ ਨਹੀਂ ਸੀ, ਕੋਈ ਜੀਵਨ ਨਹੀਂ ਬਦਲਿਆ। ਘਰ ਵਿੱਚ ਉਹ ਜਾਂਦੇ ਸੀਗੇ, ਮਤਲਬ ਜੋ ਕਰਨਾ ਹੀ ਕਰਦੇ ਸੀ ਆਪਣਾ ਨਾ, ਅਤੇ ਐਸ਼ ਪ੍ਰਸਤੀ ਕਰ ਆਉਂਦੇ ਸੀਗੇ, ਜੋ ਮਤਲਬ ਘੁੰਮ ਆਉਂਦੇ ਸੀਗੇ। ਸਾਰਾ ਕੁਛ ਘੁੰਮਣਾ ਵੀ ਕੀ ਹੁੰਦਾ ਸੀਗਾ, ਛੁੱਟੀ ਹੁੰਦੀ ਸੀ ਐਤਵਾਰ ਦੀ, ਅਤੇ ਤੜਕੇ ਜਾਂਦੇ ਹੁੰਦੇ ਸੀ ਅਤੇ ਐਤਵਾਰ ਸ਼ਾਮ ਤੱਕ ਵਾਪਸ ਘਰੇ ਆ ਜਾਂਦੇ ਸੀ। ਅਤੇ ਮੁੜ ਕੇ ਇੱਕ ਦਿਨ ਤਾਂ ਠੀਕ ਠਾਕ ਰਹਿੰਦੇ ਸੀ ਅਤੇ ਦੂਜੇ ਦਿਨ ਫਿਰ ਲੜਾਈ ਝਗੜਾ, ਗਾਲੀ ਗਲੋਚ, ਜੋ ਕੁੱਟਮਾਰ ਸਭ ਕੁਝ ਚੱਲਦਾ ਸੀ। ਇਹਦਾ ਮਤਲਬ ਕੋਈ ਨਵਾਂ ਜਨਮ ਨਹੀਂ। ਪਰ ਯਿਸੂ ਮਸੀਹ ਦੇ ਵਿੱਚ ਆ ਕੇ ਕੀ ਆ ਜੀ? ਇੱਕ
ਨਵਾਂ ਜਨਮ ਆ, ਨਵੀਂ ਸ੍ਰਿਸ਼ਟੀ ਆ ਤੇ ਨਵੀਆਂ ਗੱਲਾਂ ਆ, ਸਭ ਕੁਝ ਬਦਲ ਜਾਂਦਾ। ਤੇ ਪਰ ਜਦੋਂ ਉਹਨਾਂ ਨੇ ਦੇਖਿਆ, ਜਦੋਂ ਮੈਂ ਮਸੀਹ ਵਿੱਚ ਆਇਆ, ਉਹਨਾਂ ਨੇ ਸਾਰਿਆਂ ਨੇ ਦੇਖਿਆ ਮੈਨੂੰ ਮਸੀਹ ਦੇ ਵਿੱਚ ਚੱਲਦਿਆਂ ਨੂੰ, ਤੇ ਜਿਹੜੇ ਕੰਮ ਉਹ ਕਰਦੇ ਹੁੰਦੇ ਸੀ ਮੈਂ ਨਹੀਂ ਉਹਨਾਂ ਵਿੱਚ ਸ਼ਾਮਲ ਹੁੰਦਾ। ਤੇ ਫਿਰ ਉਹ ਮੈਨੂੰ ਕਹਿੰਦੇ ਹੁੰਦੇ ਸੀਗੇ, ਲੈ ਸਾਡੇ ਵੀ ਤਾਂ ਉਹ ਵੱਡੇ ਮੰਨਦੇ ਹੁੰਦੇ ਸੀਗੇ, ਤੂੰ ਕੋਈ ਜ਼ਿਆਦਾ ਆ ਗਿਆ। ਮੈਂ ਕਿਹਾ ਹਾਂ ਜ਼ਿਆਦਾ ਹੀ ਆ ਮੈਂ ਕਿਹਾ ਹਾਲੇ ਤੁਹਾਨੂੰ ਅੱਖਾਂ ਤੁਹਾਡੀਆਂ ਬੰਦ ਆ, ਜਦੋਂ ਤੁਹਾਡੀਆਂ ਅੱਖਾਂ ਖੁੱਲ੍ਹ ਗਈਆਂ ਉਦੋਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ। ਤੇ ਮੈਂ ਕਈ ਵਾਰੀ ਜਦੋਂ ਜਾਣਾ ਤੇ ਰਾਤ ਰਹਿਣਾ, ਤੇ ਮੇਰੀ ਭੂਆ ਨੇ ਕੀ ਕਰਨਾ, ਕੁੜੀ ਸਾਡੀ ਬਿਮਾਰ ਰਹਿੰਦੀ ਸੀ ਉਹਦੀ, ਤੇ ਉਹਨੇ ਕੀ ਕਰਨਾ, ਉਹਨੇ ਉਹ ਲੈ ਕੇ ਆਉਣਾ ਜੋ ਜਿਹਨੂੰ ਸਿਆਣੇ ਨੂੰ ਦੱਸਣਾ ਢਾਲ ਕਰਨ ਵਾਸਤੇ, ਤੇ ਉਹਨੇ ਲਿਆ ਕੇ ਨਾ ਲਾਗੇ ਰੱਖ ਲੈਣਾ ਤੇ ਮੈਨੂੰ ਕਹਿਣਾ ਮੈਂ ਇੱਥੇ ਰੱਖਿਆ, ਮੈਂ ਸਵੇਰੇ ਤੜਕੇ 4 ਵਜੇ ਜਾਣਾ, ਇਹਨੂੰ ਉਤਾਰ ਕੇ ਆਉਣਾ ਤੇ ਧਿਆਨ ਨਾਲ ਹੱਥ ਹੁੱਥ ਲਾ ਦੇ। ਮੈਂ ਕਿਹਾ ਤੂੰ ਮੇਰੇ ਮੰਜੇ 'ਤੇ ਰੱਖ ਦੇ, ਮੈਨੂੰ ਇਹਦੀ ਪਰਵਾਹ, ਤੂੰ ਮੇਰੇ ਮੰਜੇ 'ਤੇ ਰੱਖ ਦੇ। ਤੇ ਫਿਰ ਮੈਂ ਰਾਤ ਨੂੰ ਕਈ ਵਾਰ ਸੁੱਤੇ ਹੋਣਾ, ਮੈਂ ਉੱਠ ਕੇ ਤੇ ਕਈ ਵਾਰੀ 12-1 ਵਜੇ ਹੋਣਾ, ਤਾਂ ਮੈਂ ਉੱਠ ਕੇ ਨਾ ਬਹਿ ਜਾਣਾ ਪ੍ਰਾਰਥਨਾ ਕਰਨ ਵਾਸਤੇ। ਤੇ ਮੈਂ ਹੌਲੀ ਹੌਲੀ ਬੈਠੇ ਨੇ ਪ੍ਰਾਰਥਨਾ ਕਰੀ ਜਾਣੀ, ਵੈਸੇ ਕਿਸੇ ਨੂੰ ਪਤਾ ਵੀ ਬੋਲਣਾ ਨਹੀਂ, ਤੇ ਮੈਂ ਮੂੰਹ 'ਚ ਹੀ ਪ੍ਰਾਰਥਨਾ ਕਰੀ ਜਾਣੀ, ਬਹਿ ਜਾਣਾ। ਤੇ ਮੇਰੇ ਫੁੱਫੜ ਨੇ ਉੱਠਣਾ ਤੇ ਉਹਨੇ ਕਹਿਣਾ, ਕਾਕਾ ਨੀਂਦ ਨਹੀਂ ਆਉਂਦੀ ਤੈਨੂੰ? ਮੈਂ ਫਿਰ ਲੰਮਾ ਪੈ ਜਾਣਾ। ਮੈਂ ਕਿਹਾ ਵੀ ਐਵੇਂ ਹੈ ਨਾ, ਕੋਈ ਗੱਲ ਦੱਸਣ ਦੀ ਜ਼ਰੂਰਤ ਨਹੀਂ ਵੀ ਮੈਂ ਭਗਤੀ ਕਰਨ ਡਿਆ, ਮੈਂ ਫਿਰ ਲੰਮਾ ਪੈ ਜਾਣਾ। ਇਸ ਤਰ੍ਹਾਂ ਚੱਲਦਾ ਰਿਹਾ। ਪਰ ਜਦੋਂ ਅਸੀਂ ਅਟੱਲ ਰਹਿੰਦੇ ਹਾਂ, ਖੜ੍ਹੇ ਰਹਿੰਦੇ ਹਾਂ, ਅਸੀਂ ਨਮੂਨਾ ਦਿੰਦੇ ਕਿਸੇ ਚੀਜ਼ਾਂ ਦਾ। ਤੇ ਇੱਕ ਦਿਨ ਪਰਮੇਸ਼ਵਰ ਨੇ ਕਿਰਪਾ ਕੀਤੀ, ਮੈਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ, ਪ੍ਰਭੂ ਤੇਰਾ ਵਚਨ ਕਹਿੰਦਾ ਹੈ ਤੂੰ ਬਚ ਤੇ ਤੇਰਾ ਘਰਾਣਾ ਬਚਾਇਆ ਜਾਵੇਗਾ। ਤੇ ਸੱਚਮੁੱਚ ਹੀ ਪਰਮੇਸ਼ਵਰ ਨੇ ਐਡੀ ਦਇਆ ਕੀਤੀ ਕਿ ਇੱਕ ਦਿਨ ਜਿੰਨੇ ਵੀ ਸਾਰੇ ਮੇਰੀ ਵਿਰੋਧ ਕਰਨ ਵਾਲੇ ਸੀਗੇ, ਤੇ ਜਦੋਂ ਮੈਂ ਆਪਣਾ ਨਮੂਨਾ ਸਹੀ ਦਿੱਤਾ ਉਹਨਾਂ ਨੂੰ ਵੀ ਨਹੀਂ ਤੁਸੀਂ ਜਿਹੜੀ ਤਸਵੀਰ ਦੇਖੀ ਆ ਉਹ ਗਲਤ ਆ, ਉਹ ਨਹੀਂ, ਕਿਉਂਕਿ ਉਹਨਾਂ ਦੇ ਸਾਡੇ ਡੈਡੀ ਸੀ, ਉਹਨਾਂ ਦਾ ਮੇਰੇ ਡੈਡੀ ਦਾ ਨਾਂ ਯਕੂਬ ਸੀਗਾ, ਯਕੂਬ ਮਸੀਹ ਸੀਗਾ। ਤੇ ਕਿਉਂਕਿ ਉਹ ਆਪਣੇ ਆਪ ਨੂੰ ਸਮਝਦੇ ਸੀ ਲੈ ਉਹਦੇ ਨਬੀਆਂ ਦੇ ਨਾਂ ਅਸੀਂ ਰੱਖੇ ਹੋਏ ਸੀ। ਮੈਂ ਕਿਹਾ ਨਹੀਂ, ਉਹ ਨਾਂ ਹੀ ਰੱਖੇ ਸੀਗੇ। ਲੇਕਿਨ ਅੱਜ ਤੁਸੀਂ ਦੇਖੋ, ਪਰ ਜਦੋਂ ਨਮੂਨਾ ਦਿੱਤਾ, ਦੱਸਿਆ ਉਹਨਾਂ ਨੂੰ ਉਸ ਗੱਲ ਨੂੰ, ਕਿਉਂਕਿ ਮੈਂ ਵੀ ਕਈ ਵਾਰੀ ਪ੍ਰਭੂ ਦੇ ਦਾਸਾਂ ਨਾਲ ਬਹਿਸ ਕੀਤੀ, ਜਦੋਂ ਮੈਂ ਹਾਲੇ ਛੋਟਾ ਹੀ ਸੀ, ਤੇ ਮੈਂ ਵੀ ਕਈਆਂ ਨਾਲ ਬਹਿਸ ਕੀਤੀ, ਕਿਉਂਕਿ ਮੈਂ ਉਸ ਕਾਫੀ ਨਸ਼ੇ ਵਿੱਚ ਸੀ। ਤੇ ਮੈਂ ਉਹਨਾਂ ਨੂੰ ਸਿੱਧਾ ਕਹਿੰਦਾ ਹੁੰਦਾ ਸੀਗਾ ਵੀ ਜੇ ਜਦੋਂ ਕੋਈ ਪ੍ਰਚਾਰ ਕਰਨ ਆਏ ਤੇ ਉਹ ਮੈਨੂੰ ਕਹਿੰਦੇ ਲੈ, ਮੈਂ ਕਿਹਾ ਅਸੀਂ ਵੀ ਪਹਿਲਾਂ ਦੇ ਕ੍ਰਿਸਚਨ ਹੈਗੇ ਹਾਂ, ਸਾਨੂੰ ਪਤਾ। ਮੈਂ ਕਿਹਾ ਮੇਰਾ ਮਾਮਾ ਪਾਸਟਰ ਹੈ ਤੇ ਮੇਰਾ ਮਾਮਾ ਤਾਂ ਬਹੁਤ ਭਲਾ ਕਰਦਾ ਸੀ। ਤੇ ਕਹਿੰਦਾ ਉਹ ਫਿਰ ਮੈਂ ਕਹਿੰਦਾ ਨਹੀਂ, ਯਿਸੂ ਮਸੀਹ ਨੇ ਸ਼ਰਾਬ ਬਣਾਈ ਆ। ਉਹ ਕਹਿੰਦੇ ਸਾਨੂੰ ਦੱਸ ਕਿੱਥੇ ਬਣਾਈ ਆ। ਤੇ ਮੈਂ ਕਿਹਾ ਯਹੋਨਾ ਦੀ ਕਿਤਾਬ ਵਿੱਚ ਪੜ੍ਹ ਲਓ। ਤੇ ਉਹ ਕਹਿੰਦੇ ਉਹ ਗਲਤ ਆ, ਤੈਨੂੰ ਸਹੀ ਤਰੀਕੇ ਨਾਲ ਤੈਨੂੰ ਪਤਾ ਨਹੀਂ, ਪਰ ਸਾਨੂੰ ਗਿਆਨ ਨਹੀਂ ਸੀ ਉਦੋਂ। ਤੇ ਮੈਂ ਕਿਹਾ ਉਹਨੂੰ ਯਿਸੂ ਮਸੀਹ ਨੇ ਉੱਥੇ ਸ਼ਰਾਬ, ਕਹਿੰਦੇ ਯਿਸੂ ਮਸੀਹ ਨੇ ਗੁੜ ਪਾਇਆ ਸੀ, ਯਿਸੂ ਮਸੀਹ ਨੇ ਉੱਥੇ ਹੋਰ ਕੋਈ ਚੀਜ਼ ਨਛਾਦਰ ਪਾਇਆ ਸੀ, ਹੋਰ ਕੋਈ ਚੀਜ਼ਾਂ ਪਾਈਆਂ? ਯਿਸੂ ਮਸੀਹ ਨੇ ਸ਼ਬਦ ਨਾਲ ਉਹ ਬਣਾਈ ਸੀ, ਤੇ ਤੁਸੀਂ ਵੀ ਬਣਾ ਕੇ ਦੇਖ ਲਓ। ਇਸੇ ਤਰ੍ਹਾਂ ਫਿਰ ਪਰਮੇਸ਼ਰ ਨੇ ਮੈਨੂੰ ਵੀ ਚਾਨਣ ਦਿੱਤਾ ਉਸ ਗੱਲ ਦਾ। ਫਿਰ ਅਸੀਂ ਉਸ ਤਰ੍ਹਾਂ ਜੀਣਾ ਸ਼ੁਰੂ ਕੀਤਾ, ਨਮੂਨਾ ਦਿੱਤਾ, ਤੇ ਅੱਜ ਸਾਰਾ ਪਰਿਵਾਰ, ਸਾਰਿਆਂ ਨੂੰ ਫਿਰ ਮੈਂ ਹੀ ਬਪਤਿਸਮੇ ਦਿੱਤੇ। ਮੇਰੇ ਕੋਲ ਸਾਰਿਆਂ ਨੇ ਤੋਬਾ ਕੀਤੀ ਤੇ ਮੈਂ ਹੀ ਸਾਰਿਆਂ ਨੂੰ ਬਪਤਿਸਮੇ ਦਿੱਤੇ। ਇਹਦਾ ਮਤਲਬ ਸਾਡਾ ਨਮੂਨਾ ਇੱਦਾਂ ਦਾ ਹੋਣਾ ਚਾਹੀਦਾ, ਸਾਡੇ ਦੁਆਰਾ ਦੂਸਰਿਆਂ ਨੂੰ ਜੀਵਨ ਮਿਲਣਾ ਚਾਹੀਦਾ। ਹਾਲੇਲੂਇਆ। ਕਿਉਂਕਿ ਜੇ ਅਸੀਂ ਜੀਵਨ ਪਾਇਆ, ਅਸੀਂ ਨਵੀਂ ਸ੍ਰਿਸ਼ਟੀ ਬਣੇ ਆ, ਤੇ ਸਾਡੇ ਦੁਆਰਾ ਦੂਸਰੇ ਵੀ ਨਵੀਂ ਸ੍ਰਿਸ਼ਟੀ ਬਣਨੇ ਚਾਹੀਦੇ ਆ। ਇਹ ਨਹੀਂ ਆ ਵੀ ਅਸੀਂ ਉਹਨਾਂ ਦੀਆਂ ਗੱਲਾਂ ਸੁਣ ਕੇ ਅਸੀਂ ਵੀ ਉਹਨਾਂ ਵਰਗੇ ਹੋ ਜਾਈਏ। ਤੇ ਉਹ ਕਹਿੰਦੇ ਜਿੱਦਾਂ ਗੁਰੂ ਉੱਦਾਂ ਚੇਲਾ, ਦੋਨੇ ਨਰਕ ਦੇ ਵਿੱਚ ਢਿੱਲ ਮਟੇਲਾ, ਹੈ ਨਾ। ਅਸੀਂ ਨਰਕ 'ਚ ਨਹੀਂ ਜਾਣਾ ਉਹਨਾਂ ਦੇ ਨਾਲ ਰਲ ਕੇ, ਬਲਕਿ ਅਸੀਂ ਉਹਨਾਂ ਨੂੰ ਸਵਰਗ ਦੇ ਵਿੱਚ ਲੈ ਕੇ ਜਾਣਾ। ਹਾਲੇਲੂਇਆ। ਇਸ ਕਰਕੇ ਅਸੀਂ ਇਹ ਨਮੂਨਾ ਦੇਣਾ ਆ ਕਿ ਅਸੀਂ ਇੱਕ ਨਵੀਂ ਸ੍ਰਿਸ਼ਟੀ ਆ, ਸਾਡੇ ਕੰਮ ਨਵੇਂ ਆ, ਸਾਡਾ ਬੈਠਣਾ ਉੱਠਣਾ ਨਵਾਂ ਆ, ਸਾਡਾ ਚੱਲਣਾ ਫਿਰਨਾ ਨਵਾਂ ਆ, ਸਾਡੇ ਸਾਰੇ ਕੰਮ ਕੀ ਹੋਣੇ ਚਾਹੀਦੇ ਆ? ਅਲੱਗ ਤਾਈ ਦੇ ਹੋਣੇ ਚਾਹੀਦੇ ਆ। ਇਹੀ ਆ ਮਸੀਹਤ, ਇਹਨੂੰ ਮਸੀਹਤ ਕਿਹਾ ਜਾਂਦਾ ਆ। ਨਹੀਂ ਤਾਂ ਆਪਾਂ ਦੇਖੋ ਸਾਡੇ ਨਾਲ ਬਹੁਤ ਲੋਕ ਵੱਡੇ ਵੱਡੇ ਭਗਤੀ ਕਰਨ ਵਾਲੇ ਆ, ਇੱਥੋਂ ਤੱਕ ਤੁਸੀਂ ਦੇਖੋਗੇ ਰੇੜ ਕੇ ਜਾਣ ਵਾਲੇ ਆ, ਜਿਹੜੇ ਭਗਤੀ ਕਰਨ ਵਾਲੇ ਪਹਾੜਾਂ ਜਾਂਦੇ ਰੇੜ ਕੇ ਜਾਂਦੇ ਆ। ਉਹ ਆਪਾਂ ਤਾਂ ਕੁਛ ਵੀ ਨਹੀਂ ਕਰਦੇ, ਪਰ ਉਹਦੇ ਐਡੀ ਭਗਤੀ ਕਰਨ ਡੈ। ਪਰ ਮਸੀਹ ਦੇ ਵਿੱਚ ਆ ਕੇ ਲਿਖਿਆ, ਜਿਹੜੇ ਮਸੀਹ ਵਿੱਚ ਆ ਉਹ ਇੱਕ ਨਵੀਂ ਸ੍ਰਿਸ਼ਟੀ ਆ। ਤੇ ਇਸ ਕਰਕੇ ਪ੍ਰਭੂ ਦਾ ਬਚਨ ਜਿਹੜਾ ਲਿਖਿਆ, ਸੰਤ ਪਤਰਸ ਕਹਿੰਦਾ, ਜਦੋਂ ਆਪਾਂ ਪਤਰਸ ਦੀ ਪੱਤਰੀ, ਪਹਿਲਾ ਪਤਰਸ ਉਹਦਾ 4 ਅਧਿਆਇ ਪੜ੍ਹਦੇ ਹਾਂ, ਤੇ ਉਹਦੇ ਵਿੱਚ ਸੰਤ ਪਤਰਸ ਇਸ ਬਾਰੇ ਗੱਲ ਕਰਦੇ ਆ। ਉਹਦਾ 4 ਅਧਿਆਇ 'ਚ ਪੜ੍ਹੀਏ ਥੋੜ੍ਹੀਆਂ ਕੁਛ ਵਚਨ। 4 ਦੀ ਸ਼ੁਰੂ ਤੋਂ ਪੜ੍ਹ ਲਈਏ। ਸੋ ਜਦੋਂ ਮਸੀਹ ਨੇ ਸਰੀਰ ਵਿੱਚ ਦੁੱਖ ਝੱਲਿਆ, ਤਾਂ ਤੁਸੀਂ ਵੀ ਉਸੇ ਮਨਸ਼ਾ ਦੇ ਹਥਿਆਰ ਬੰਨੋ। ਹਾਂ, ਕਿਉਂਕਿ ਜਿਹਨੇ ਸਰੀਰ ਵਿੱਚ ਦੁੱਖ ਝੱਲਿਆ ਉਹ ਪਾਪ ਤੋਂ ਰਹਿਤ ਹੋਇਆ। ਹਾਂ, ਇੱਥੇ ਲਿਖਿਆ
ਕਿ ਮਸੀਹ ਨੇ ਕੀ ਕੀਤਾ ਜੀ, ਸਰੀਰ ਦੇ ਵਿੱਚ ਦੁੱਖ ਚੱਲਿਆ। ਅੱਜ ਕੋਈ ਸਰੀਰ ਦੇ ਵਿੱਚ ਦੁੱਖ ਨਹੀਂ ਚੱਲਣਾ ਚਾਹੁੰਦਾ, ਤੇ ਜਿਹੜਾ ਜਿਹਨੇ ਸਰੀਰ ਦੇ ਵਿੱਚ ਦੁੱਖ ਚੱਲਿਆ ਉਹ ਪਾਪ ਤੋਂ ਕੀ ਹੋਇਆ ਜੀ, ਰਹਿਤ ਹੋਇਆ। ਇਹਦਾ ਮਤਲਬ ਪਾਪ ਤੋਂ ਅਸੀਂ ਤਾਂ ਹੀ ਬਚ ਸਕਦੇ ਹਾਂ ਜੇ ਸਰੀਰ ਦੇ ਵਿੱਚ ਥੋੜ੍ਹਾ ਜਿਹਾ ਦੁੱਖ ਸਮਾਂਗੇ। ਦੇਖੋ, ਜੇ ਸਾਡੇ ਭੈਣ ਭਰਾ ਰਿਸ਼ਤੇਦਾਰ ਇਕੱਠੇ ਹੋ ਗਏ ਆ ਤੇ ਉਹ ਹੱਸਦੇ ਖੇਡਦੇ ਆ, ਤੇ ਜੇ ਆਪਾਂ ਵੀ ਉਹਨਾਂ ਦੇ ਨਾਲ ਉਹਨਾਂ ਦੀਆਂ ਗੱਲਾਂ ਵਿੱਚ ਹੱਸਣ ਖੇਡਣ ਲੱਗ ਗਏ, ਇਹਦਾ ਮਤਲਬ ਥੋੜ੍ਹਾ ਜਿਹਾ ਸਰੀਰ ਨੂੰ ਥੋੜ੍ਹਾ ਜਿਹਾ ਸੁੱਖ ਤਾਂ ਮਿਲੂਗਾ, ਪਰ ਕਈ ਇੱਦਾਂ ਦੇ ਸ਼ਬਦ, ਇੱਦਾਂ ਦੀਆਂ ਗੱਲਾਂ ਸਾਡੇ ਮੂੰਹ 'ਚ ਨਿਕਲ ਜਾਣਗੀਆਂ ਕਿ ਜਿਹੜੀਆਂ ਪਰਮੇਸ਼ਵਰ ਦੇ ਅੱਗੇ ਅਸੀਂ ਪਾਪ ਕਰ ਬੈਠਾਂਗੇ। ਹਾਲੇਲੂਇਆ। ਕਿ ਉਹ ਸਾਨੂੰ ਵੀ ਪਤਾ ਲੱਗਣਾ ਨਹੀਂ ਕਿ ਅਸੀਂ ਕੀ ਕਰਨ ਡਏ ਆ। ਇਸ ਕਰਕੇ ਲਿਖਿਆ ਜਿਹਨੇ ਸਰੀਰ ਦੁੱਖਿਆ ਇਹ ਸਾਰੀਆਂ ਚੀਜ਼ਾਂ ਦਾ। ਅਗਰ ਆਪਾਂ ਉਹਨਾਂ ਦੇ ਨਾਲ ਰਲਦੇ ਨਹੀਂ ਕਈ ਚੀਜ਼ਾਂ ਦੇ ਵਿੱਚ ਬਚਨ 'ਚ, ਕਿ ਉਹ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਤੇ ਉਹਨਾਂ ਨੂੰ ਦੁੱਖ ਲੱਗਦਾ, ਉਹ ਵੀ ਬੜਾ ਅਜੀਬ ਮੰਨਦੇ ਆ। ਹਾਂਜੀ, ਪੜ੍ਹੀਏ। ਉਹ ਪਾਪ ਤੋਂ ਰਹਿਤ ਹੋਇਆ ਹਾਂ। ਵੀ ਤੁਸੀਂ ਅਗਾਹਾਂ ਨੂੰ ਮਨੁੱਖਾਂ ਦੀਆਂ ਕਾਮਨਾ ਦੇ ਅਨੁਸਾਰ ਨਹੀਂ, ਹਾਂ। ਸਗੋਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਸਰੀਰ ਵਿੱਚ ਆਪਣੀ ਬਾਕੀ ਦੀ ਉਮਰ ਕੱਟੋ। ਹਾਂ, ਲਿਖਿਆ ਸਗੋਂ ਹੁਣ ਤੁਸੀਂ ਮਨੁੱਖਾਂ ਦੀ ਇੱਛਾ ਦੇ ਮੁਤਾਬਕ ਨਹੀਂ, ਬਲਕਿ ਹੁਣ ਕੀ ਆ, ਜਦੋਂ ਅਸੀਂ ਪ੍ਰਭੂ ਦੇ ਕੋਲ ਆਏ ਆ ਤੇ ਕੀ ਕਰੀਏ, ਅਸੀਂ ਆਪਣੀ ਪਰਮੇਸ਼ਰ ਦੀ ਇੱਛਾ ਦੇ ਅਸੀਂ ਆਪਣੀ ਜਿਹੜੀ ਆ ਮਨੁੱਖਾਂ ਦੀਆਂ ਕਾਮਨਾ ਦੇ ਅਨੁਸਾਰ ਨਹੀਂ, ਸਗੋਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਸਰੀਰ ਵਿੱਚ ਆਪਣੀ ਬਾਕੀ ਦੀ ਉਮਰ ਕੱਟੀਏ। ਹਾਲੇਲੂਇਆ। ਇਹਦਾ ਮਤਲਬ ਬਾਕੀ ਦੀ ਜਿਹੜੀ ਬਚੀ ਹੋਈ ਆ। ਦੇਖੋ, ਪਹਿਲਾਂ ਆਪਣਾ ਸਮਾਂ ਸੀਗਾ ਨਾ, ਪਹਿਲਾਂ ਆਪਾਂ ਸਾਰੇ ਉਹੀ ਕੰਮ ਕਰਦੇ ਸੀ, ਪਰ ਹੁਣ ਬਾਕੀ ਜਿਹੜੀ ਉਮਰ ਪ੍ਰਭੂ ਨੇ ਸਾਨੂੰ ਦਿੱਤੀ ਹੈ, ਬਾਕੀ ਦਿਨ ਜਿਹੜੇ ਸਾਨੂੰ ਪ੍ਰਭੂ ਨੇ ਦਿੱਤੇ ਆ, ਉਹ ਕੀ ਹੋਣੇ ਚਾਹੀਦੇ ਆ, ਪ੍ਰਭੂ ਦੇ ਵਿੱਚ ਹੋ ਕੇ ਸਾਨੂੰ ਕੱਟਣ ਦੀ ਜ਼ਰੂਰਤ ਆ। ਔਰ ਅੱਗੇ, ਕਿਉਂ ਜੋ ਬੀਤਿਆ ਹੋਇਆ ਸਮਾਂ ਪਰਾਈਆਂ ਕੌਮਾਂ ਦੀ ਮਨਸ਼ਾ ਪੂਰੀ ਕਰਨ ਨੂੰ ਬਤੇਰਾ ਸੀ। ਹਾਂ, ਜਦੋਂ ਅਸੀਂ ਲੁੱਚ ਪੁਣਿਆ, ਕਾਮਨਾ, ਸ਼ਰਾਬ ਪੀਣ, ਨਾਚ ਰੰਗਾਂ, ਨਸ਼ੇਬਾਜ਼ੀਆਂ, ਘਿਨਾਉਣੀਆਂ ਮੂਰਤੀ ਪੂਜਾ ਵਿੱਚ ਚੱਲਦੇ ਸਾਂ। ਹਾਂ, ਉਹ ਇਸ ਨੂੰ ਅਚਰਜ ਮੰਨਦੇ ਹਨ ਕਿ ਤੁਸੀਂ ਉਸੇ ਅੱਤ ਵੱਧ ਚੱਲਣੀ ਵਿੱਚ ਉਹਨਾਂ ਦੇ ਨਾਲ ਨਹੀਂ ਖੇਡਦੇ, ਤਾਂ ਹੀ ਉਹ ਤੁਹਾਡੀ ਨਿੰਦਿਆ ਕਰਦੇ ਹਨ। ਹਾਂ, ਦੇਖੋ ਉਹ ਕੀ ਕਰਦੇ ਆ, ਲਿਖਿਆ ਤੁਸੀਂ ਪਹਿਲਾਂ ਇਹ ਚੀਜ਼ਾਂ ਵਿੱਚ ਚੱਲਦੇ ਸੀਗੇ, ਪਰ ਅੱਜ ਤੁਸੀਂ ਨਹੀਂ ਚੱਲਦੇ, ਤੇ ਉਹ ਕੀ ਕਰਦੇ ਆ, ਤੁਹਾਡੀ ਜੀ ਨਿੰਦਿਆ ਕਰਦੇ ਆ ਵੀ ਤੁਸੀਂ ਇਹਨਾਂ ਚੀਜ਼ਾਂ ਵਿੱਚ ਉਹਨਾਂ ਨਾਲ ਨਹੀਂ ਖੜੇ ਹੁੰਦੇ, ਨਹੀਂ ਚੱਲਦੇ। ਉਹ ਤੁਹਾਨੂੰ ਮਾੜਾ ਸਮਝਦੇ ਆ। ਪਰ ਦੇਖੋ, ਅੱਜ ਸਾਨੂੰ ਕੋਈ ਮਾੜਾ ਕਹਿ ਸਕਦਾ ਹੈ, ਸਾਡਾ ਰਿਸ਼ਤੇਦਾਰ ਕਹਿ ਸਕਦਾ, ਸਾਡਾ ਭੈਣ ਭਰਾ ਕਹਿ ਸਕਦਾ, ਸਾਡੇ ਮਾਂ ਪਿਓ ਵੀ ਇੱਥੇ ਤੱਕ ਕਹਿ ਸਕਦੇ ਆ, ਪਰ ਕੀ ਆ, ਉਹ ਸਮਾਂ ਆਊਗਾ ਜਦੋਂ ਪਰਮੇਸ਼ਵਰ ਦੀ ਮਹਿਮਾ ਦੇਖਣ ਦਾ ਸਮਾਂ ਆਊਗਾ, ਉਹਨੂੰ ਕੋਈ ਵੀ ਜਾਣਦਾ ਨਹੀਂ ਆ। ਹਾਲੇਲੂਇਆ। ਦੇਖੋ, ਜਦੋਂ ਆਪਾਂ ਰਸੂਲਾਂ ਦੀ ਕਿਤਾਬ ਦੇ ਵਿੱਚ ਪੜ੍ਹਦੇ ਹਾਂ ਤੇ ਲਿਖਿਆ ਜਿਹੜਾ ਸਤੀਫਨਸ ਸੀਗਾ, ਸਤੀਫਨਸ ਦੀ ਇੱਕ ਸੇਵਾ ਸੀਗੀ ਪ੍ਰਭੂ ਨੇ ਉਹਨੂੰ ਦਿੱਤੀ। ਸਤੀਫਨਸ ਇੱਕ ਚੇਲੇ ਦੇ ਰੂਪ ਵਿੱਚ ਸੀਗਾ, ਪਰ ਉਹਦਾ ਕੰਮ ਕੀ ਸੀਗਾ, ਉਹ ਇੱਕ ਖਾਣਾ ਬਣਾਉਣ ਦਾ ਕੰਮ ਕਰਦਾ ਸੀ ਰਸੋਈ ਵਿੱਚ, ਸਿਰਫ ਖਾਣਾ ਬਣਾਉਂਦਾ ਸੀਗਾ। ਤੇ ਪਰ ਬਾਈਬਲ ਦੱਸਦੀ ਆ ਉਹ ਖਾਣਾ ਵੀ ਬਣਾਉਂਦਾ ਸੀਗਾ, ਤੇ ਜਦੋਂ ਉਹਦਾ ਕੰਮ ਹੋ ਜਾਂਦਾ ਸੀਗਾ ਉਹ ਬਾਹਰ ਚਲ ਜਾਂਦਾ ਸੀਗਾ, ਲੋਕਾਂ ਦੇ ਨਾਲ ਗੱਲਬਾਤ ਕਰਦਾ ਸੀ, ਪ੍ਰਚਾਰ ਕਰਦਾ ਸੀ, ਤੇ ਪਰਮੇਸ਼ਵਰ ਦੇ ਦੁਆਰਾ ਚਮਤਕਾਰ ਵੀ ਕਰਦਾ ਸੀਗਾ। ਤੇ ਇੱਕ ਦਿਨ ਲੋਕਾਂ ਦੇ ਨਾਲ ਕਾਫੀ ਬਹਿਸ ਹੋਈ ਉਹਦੀ। ਜਦੋਂ ਬਹਿਸ ਹੋਈ ਤੇ ਲੋਕਾਂ ਨੇ ਇੱਥੇ ਤੱਕ ਉਹਨੂੰ ਮਾਰਨ ਤੱਕ ਚਲੇ ਗਏ, ਤੇ ਮਾਰਨ ਤੱਕ ਕੀ ਹੋਇਆ ਕਿ ਉਹਨੂੰ ਮਾਰ ਹੀ ਦਿੱਤਾ। ਉਹਦੇ ਫੜ ਕੇ ਪੱਥਰ ਉਹਨੂੰ ਮਾਰਨੇ ਸ਼ੁਰੂ ਕੀਤੇ। ਜਦੋਂ ਉਹਨੂੰ ਪੱਥਰ ਮਾਰਨ ਲੱਗ ਪਏ ਤੇ ਉੱਥੇ ਕੀ ਹੋਇਆ ਕਿ ਉਹ ਜਦੋਂ ਪੱਥਰ ਮਾਰ ਰਹੇ ਸੀਗੇ ਤੇ ਯਿਸੂ ਮਸੀਹ ਨੇ ਆਪਣਾ ਅਸਮਾਨ ਖੋਲ੍ਹ ਦਿੱਤਾ ਉਹਦੇ ਵਾਸਤੇ। ਹਾਲੇਲੂਇਆ। ਉਹਨੇ, ਬਾਈਬਲ ਦੱਸਦੀ ਆ, ਉਹ ਘੁਟਨਿਆਂ 'ਤੇ ਹੋ ਗਿਆ, ਲੋਕ ਉਹਦੇ ਪੱਥਰ ਮਾਰ ਰਹੇ ਸੀਗੇ, ਉਹ ਘੁਟਨਿਆਂ 'ਤੇ ਹੋ ਗਿਆ ਤੇ ਉਹ ਪਵਿੱਤਰ ਆਤਮਾ 'ਚ ਭਰ ਗਿਆ। ਹਾਲੇਲੂਇਆ। ਦੇਖੋ, ਕਈ ਲੋਕ ਉੱਥੇ ਢੋਲਕੀ ਵਜਾ ਕੇ ਆਤਮਾ 'ਚ ਭਰਦੇ ਆ, ਉਹਦੇ ਪੱਥਰ ਵੱਜਣ ਡੇ ਆ ਤੇ ਉਹ ਆਤਮਾ 'ਚ ਭਰ ਗਿਆ। ਕਿਉਂ ਆਤਮਾ 'ਚ ਭਰ ਗਿਆ? ਉਹਨੂੰ ਪਤਾ ਸੀਗਾ ਅਗਰ ਪ੍ਰਭੂ ਦੇ ਨਾਲ ਮਿਲਣਾ ਤੇ ਫਿਰ ਉਹਨੂੰ ਆਤਮਾ ਦੀ ਜ਼ਰੂਰਤ ਆ। ਹਾਲੇਲੂਇਆ। ਤੇ ਉਹ ਪ੍ਰਾਰਥਨਾ ਕਰਨ ਲੱਗ ਪਿਆ। ਪ੍ਰਾਰਥਨਾ ਕਰਦੇ ਕਰਦੇ ਲੋਕ ਤੇ ਉਹਨੂੰ ਮਾਰਨ ਡਏ ਆ, ਪਰ ਉਹ ਪ੍ਰਭੂ ਦੇ ਅਭਿਸ਼ੇਕ ਵਿੱਚ ਭਰ ਗਿਆ, ਆਤਮਾ 'ਚ ਭਰ ਗਿਆ। ਤੇ ਮਰਦੇ ਮਰਦੇ ਤੇ ਯਿਸੂ ਮਸੀਹ ਨੇ ਉਹਨੂੰ ਆਕਾਸ਼ ਜਿਹੜਾ ਖੁੱਲ੍ਹ ਗਿਆ ਤੇ ਯਿਸੂ ਮਸੀਹ ਉਹਨੂੰ ਦਿਸੇ। ਯਿਸੂ ਮਸੀਹ ਆਪਣੇ ਸਿੰਘਾਸਨ ਤੋਂ ਉੱਠ ਕੇ ਖੜੇ ਹੋ ਗਏ। ਹਾਲੇਲੂਇਆ। ਦੇਖੋ ਕਿੱਡੀ ਵੱਡੀ ਗੱਲ ਆ। ਤੇ ਉਹਦਾ ਮਤਲਬ ਕਿ ਜਦੋਂ ਪਰਮੇਸ਼ਵਰ ਆਪਣੇ ਲੋਕਾਂ ਨੂੰ ਦੇਖਦਾ, ਜਿਹੜੇ ਆਗਿਆਕਾਰ ਰਹਿੰਦੇ ਆ, ਵਫਾਦਾਰ ਰਹਿੰਦੇ ਆ, ਜਿਹੜੇ ਹਰੇਕ ਗੱਲ 'ਤੇ ਖੜੇ ਰਹਿੰਦੇ ਆ ਉਹਦੇ ਵਚਨ ਦੇ ਵਿੱਚ, ਤੇ ਯਿਸੂ ਮਸੀਹ ਵੀ ਕੀ ਹੋ ਜਾਂਦੇ ਆ, ਆਪਣੇ ਸਿੰਘਾਸਨ ਤੋਂ ਖੜੇ ਹੋ ਜਾਂਦੇ ਆ। ਤੇ ਦੇਖੋ, ਇੰਨਾ ਕੋਈ ਸਾਡਾ ਆਦਰ ਕਰਨ ਵਾਲਾ ਹੈਗਾ ਧਰਤੀ 'ਤੇ? ਤੁਸੀਂ ਜਿੰਨਾ ਮਰਜ਼ੀ ਖਰਚਾ ਕਰੀ ਜਾਓ, ਜਿੰਨਾ ਮਰਜ਼ੀ ਕਿਸੇ ਨੂੰ ਖਵਾਈ ਪਿਆਈ ਜਾਓ, ਜਿੰਨਾ ਮਰਜ਼ੀ ਕਿਸੇ ਦਾ ਖਿਆਲ ਕਰੋ, ਪਰ
ਤੁਹਾਡੇ ਲਈ ਕਿਸੇ ਨੇ ਵੀ ਉੱਠ ਕੇ ਖੜੇ ਹੋਣਾ ਨਹੀਂ। ਪਰ ਉਹ ਪਰਮੇਸ਼ਵਰ ਆ, ਜਿਸ ਪਰਮੇਸ਼ਵਰ ਦੇ ਲਈ ਅਸੀਂ ਥੋੜ੍ਹਾ ਵੀ ਕਰਦੇ ਹਾਂ, ਦੁੱਖ ਵੀ ਉਠਾਉਂਦੇ ਹਾਂ, ਖੁਸ਼ੀ ਕਰਦੇ ਹਾਂ ਚਾਹੇ, ਉਹ ਪਰਮੇਸ਼ਵਰ ਕੀ ਹੋ ਜਾਂਦਾ, ਉੱਠ ਕੇ ਖੜਾ ਹੋ ਜਾਂਦਾ। ਦੇਖੋ ਉਹ ਪਰਮੇਸ਼ਵਰ ਕਦੋਂ ਖੜਾ ਹੁੰਦਾ, ਜਦੋਂ ਅਸੀਂ ਆਰਾਧਨਾ ਕਰਦੇ ਹਾਂ ਔਰ ਪ੍ਰਭੂ ਦੇ ਵਿੱਚ ਨਿਹਾਲ ਹੋ ਜਾਂਦੇ ਹਾਂ, ਆਤਮਾ 'ਚ ਭਰ ਜਾਂਦੇ ਹਾਂ, ਉਹ ਆਪਣੇ ਸਿੰਘਾਸਨ ਤੋਂ ਉੱਠ ਕੇ ਕੀ ਹੋ ਜਾਂਦਾ, ਖੁਸ਼ੀ ਨਾਲ ਖੜੇ ਹੋ ਜਾਂਦਾ। ਅਤੇ ਜਦੋਂ ਅਸੀਂ ਦੁਖੀ ਹੁੰਦੇ ਹਾਂ, ਪਰੇਸ਼ਾਨੀ ਵਿੱਚ ਪੈ ਜਾਂਦੇ ਹਾਂ, ਜਦੋਂ ਕੋਈ ਸਾਰੇ ਸਾਡਾ ਸਾਥ ਛੱਡ ਦਿੰਦੇ ਆ, ਉਦੋਂ ਵੀ ਉਹ ਪਰਮੇਸ਼ਵਰ ਕੀ ਹੋ ਜਾਂਦਾ, ਆਪਣੀ ਕੁਰਸੀ ਤੋਂ ਖੜਾ ਹੋ ਜਾਂਦਾ। ਉਹ ਕਹਿੰਦਾ ਤੈਨੂੰ ਡਰਨ ਦੀ ਜ਼ਰੂਰਤ ਨਹੀਂ ਆ। ਇਸ ਕਰਕੇ ਅਸੀਂ ਆਪਣਾ ਜੀਵਨ ਜਿਹੜਾ ਪ੍ਰਭੂ ਨੇ ਸਾਨੂੰ ਦਿੱਤਾ, ਤਾਂ ਆਪਾਂ ਇਹ ਬੱਚੇ ਨੂੰ ਸਿੱਖ ਰਹੇ ਸੀਗੇ ਕਿ ਪਰਮੇਸ਼ਵਰ ਦਾ ਭੈ ਸਾਡੇ ਜੀਵਨ 'ਚ ਆ। ਜੇ ਲਿਖਿਆ ਜਿਹਦੇ ਜੀਵਨ 'ਚ ਉਹਦਾ ਭੈ ਆ, ਉਹ ਕੀ ਕਰੂਗਾ, ਉਹਦੇ ਹੁਕਮਾਂ ਦੇ ਵਿੱਚ ਬਹੁਤ ਮਗਰ ਰਹਿੰਦਾ। ਅਤੇ ਇਸ ਕਰਕੇ ਪ੍ਰਭੂ ਕਹਿੰਦਾ ਉਹਦੇ ਹੁਕਮ ਇਹ ਹੀ ਆ ਕਿ ਮੈਂ ਤੁਹਾਨੂੰ ਇਸ ਸੰਸਾਰ ਦੇ ਵਿੱਚੋਂ ਕੀ ਕੀਤਾ, ਵੱਖਰੇ ਕੀਤਾ। ਅਤੇ ਆਪਾਂ ਮੁੜ ਕੇ ਉਸ ਸੰਸਾਰ ਦੇ ਕੰਮਾਂ ਦੇ ਵਿੱਚ ਜਾ ਕੇ ਵੜਨਾ ਨਹੀਂ ਆ, ਬਲਕਿ ਅਸੀਂ ਉਹਨਾਂ ਨੂੰ ਕੀ ਕਰਨਾ, ਇੱਕ ਨਮੂਨਾ ਦੇਣਾ, ਦੱਸਣਾ ਆ ਕਿ ਜਿਸ ਪਰਮੇਸ਼ਵਰ ਦੇ ਪਿੱਛੇ ਅਸੀਂ ਚੱਲਣ ਡਏ ਹਾਂ, ਉਹ ਪਰਮੇਸ਼ਵਰ ਇੱਦਾਂ ਦੀਆਂ ਗੱਲਾਂ ਸਿਖਾਉਂਦਾ ਨਹੀਂ ਆ, ਉਹ ਪਰਮੇਸ਼ਵਰ ਸਾਨੂੰ ਇੱਦਾਂ ਦੇ ਬਣਾਉਂਦਾ ਨਹੀਂ ਆ। ਅਸੀਂ ਦੇਖੋ, ਮੈਂ ਕੱਲ੍ਹ ਦੀ ਗੱਲ ਆ, ਸ਼ਾਇਦ ਕੱਲ੍ਹ ਦੀ ਗੱਲ ਹੀ ਆ, ਅਤੇ ਮੈਂ ਗੋਲੇ ਨੇ ਇੱਕ ਪ੍ਰਚਾਰ ਜਿਹੜਾ ਸੀ ਉਹਦੇ 'ਤੇ ਭੇਜਿਆ, ਅਤੇ ਫਿਰ ਬਾਕੀਆਂ ਨੂੰ ਵੀ ਭੇਜਿਆ ਸੀ ਮੈਂ, ਸ਼ਾਇਦ ਤੁਸੀਂ ਵੀ ਸੁਣਿਆ ਹੋਊਗਾ। ਅਤੇ ਮੈਂ ਉਹ ਪਹਿਲਾਂ ਵੀ ਇੱਕ ਦਿਨ ਭੇਜਿਆ ਉਹਨੇ, ਅਤੇ ਮੈਂ ਜਦੋਂ ਸੁਣਿਆ ਅਤੇ ਮੈਂ ਨਾ ਸੁਣਦੇ ਤੋਂ ਮੇਰੀਆਂ ਅੱਖਾਂ 'ਚੋਂ ਅੱਥਰੂ ਆ ਗਏ, ਸੁਣਦੇ ਬੱਚੋਂ ਸੁਣਦੇ ਕਿਉਂਕਿ ਉਹਨੇ ਵਿੱਚ ਗਵਾਹੀ ਵੀ ਦੱਸੀ। ਅਤੇ ਮੈਂ ਕਿਹਾ ਦੇਖੋ, ਜਦੋਂ ਅਸੀਂ ਮੰਨ ਲਓ ਅਸੀਂ ਇੱਕ ਬੂਟਾ ਲਾਉਂਦੇ ਹੈ ਨਾ, ਛੋਟਾ ਜਿਹਾ ਬੂਟਾ ਲਾਉਂਦੇ, ਕਈ ਵਾਰ ਅਸੀਂ ਬੜੀ ਮਿਹਨਤ ਕਰਦੇ ਹਾਂ, ਬੜਾ ਉਹਨੂੰ ਪਾਣੀ ਪਾਉਂਦੇ ਹੈ ਨਾ, ਭਈ ਸ਼ਾਇਦ ਇਹ ਚੱਲ ਜਾਊ, ਪਰ ਕਈ ਵਾਰ ਨਹੀਂ ਚੱਲਦਾ, ਉਹ ਖ਼ਤਮ ਹੋ ਜਾਂਦਾ, ਜਾਂ ਕੋਈ ਜਾਨਵਰ ਆਉਂਦਾ ਹੈ ਨਾ, ਉਹ ਖਾ ਜਾਂਦਾ ਹੈ ਨਾ, ਉਹਨੂੰ ਖਰਾਬ ਕਰ ਜਾਂਦਾ। ਪਰ ਇੱਕ ਬੂਟਾ ਲਾਇਆ, ਉਹ ਵਧਿਆ, ਅਤੇ ਮੈਨੂੰ ਬੜਾ ਆਨੰਦ ਆਇਆ। ਮੈਂ ਸਾਰਾ ਪ੍ਰਚਾਰ ਸੁਣਿਆ, ਜਦੋਂ ਸੁਣ ਕੇ ਸੁਣਿਆ ਇਸ ਹਾਲੇ ਮੈਂ ਬਾਕੀਆਂ ਨੂੰ ਭੇਜਣ ਲੱਗਾ ਸੀ, ਅਤੇ ਉੱਧਰ ਉਹਦਾ ਫੋਨ ਆ ਗਿਆ, ਕਹਿੰਦਾ ਪਾਸਟਰ ਜੀ ਕੀ ਕਰਦੇ? ਮੈਂ ਕਿਹਾ ਕੁਛ ਨਹੀਂ ਕਰਦਾ, ਮੈਂ ਪ੍ਰਾਰਥਨਾ ਕਰਕੇ ਮੈਂ ਤੇਰਾ ਮੈਸੇਜ ਆਇਆ ਸੀ, ਉਹ ਸੁਣ ਰਿਹਾ ਸੀ, ਬੜਾ ਆਨੰਦ ਆਉਣ ਡਿਆ ਸੀ ਉਹਨਾਂ, ਅਤੇ ਮੈਨੂੰ ਬੜਾ ਉਹਦੇ ਖੁਸ਼ੀ ਹੋਈ। ਵੀ ਦੇਖੋ ਇਸੇ ਤਰ੍ਹਾਂ ਪ੍ਰਭੂ ਦੇ ਦਾਸ ਇਹ ਚਾਹੁੰਦੇ ਆ, ਹਾਲੇਲੂਇਆ, ਕਿਉਂਕਿ ਯਿਸੂ ਮਸੀਹ ਨੇ ਕਿਹਾ ਤੁਹਾਡਾ ਫਲ ਜਿਹੜਾ ਹੈ, ਤੁਸੀਂ ਜਾਓ ਫਲਦਾਰ ਬਣੋ ਅਤੇ ਤੁਹਾਡਾ ਫਲ ਕਾਇਮ ਰਵੇ, ਹਾਲੇਲੂਇਆ। ਅਤੇ ਪ੍ਰਭੂ ਦੇ ਲੋਕ ਇਹੀ ਚਾਹੁੰਦੇ ਆ ਕਿ ਇੱਕ ਚਰਚ ਦਾ ਵਿਸ਼ਵਾਸੀ ਜਿਹੜਾ, ਇੱਕ ਚਰਚ ਦਾ ਬੱਚਾ ਜਿਹੜਾ, ਉਹ ਪ੍ਰਭੂ ਦੀ ਗਵਾਹੀ ਦੇਵੇ, ਹਾਲੇਲੂਇਆ। ਅਤੇ ਅਸੀਂ ਤਾਂ ਹੀ ਖੜ੍ਹੇ ਕਰਦੇ ਹਾਂ, ਸਾਰਿਆਂ ਨੂੰ ਖੜ੍ਹੇ ਕਰਦੇ ਹਾਂ ਵੀ ਇਹ ਕੁਛ ਨਾ ਕੁਛ ਬਣ। ਉਸ ਨੂੰ ਖੜ੍ਹੇ ਕਰਨ ਦਾ ਮਤਲਬ ਹੁੰਦਾ, ਕਹਿੰਦਾ ਉਹਨੇ ਉਹਦੇ ਵਿੱਚ ਦੱਸਦਾ ਸੀ, ਕਹਿੰਦਾ ਪਾਸਟਰ ਜੀ ਮੈਨੂੰ ਖੜ੍ਹੇ ਕਰ ਦਿੰਦੇ ਸੀ ਜ਼ਬੂਰ ਪੜ੍ਹਨ ਵਾਸਤੇ, ਅਤੇ ਵੀ ਮੈਨੂੰ ਪਤਾ ਵੀ ਨਹੀਂ ਹੁੰਦਾ ਸੀ, ਪਰ ਮੈਂ ਨਾ ਵੀ ਨਹੀਂ ਕਰ ਸਕਦਾ ਸੀ। ਅਤੇ ਕਹਿੰਦਾ ਪਰ ਮੈਨੂੰ ਪਤਾ ਨਹੀਂ, ਅੱਜ ਮੈਨੂੰ ਪਤਾ ਲੱਗਦਾ ਕਿ ਪਰਮੇਸ਼ਵਰ ਕਹਿੰਦਾ ਮੈਨੂੰ ਸਟੱਡੀ 'ਤੇ ਵੀ ਲੈ ਜਾਂਦੇ, ਕਿਉਂਕਿ ਸਟੱਡੀ ਹੁੰਦੀ ਸੀਗੀ, ਅਤੇ ਮੈਂ ਕਹਿੰਦਾ ਤੂੰ ਵਿਹਲੇ ਨੇ ਕੀ ਕਰਨਾ, ਚੱਲ ਆਪਾਂ ਬਾਈਬਲ ਸਟੱਡੀ ਆ ਅਤੇ ਆਪਾਂ ਵਚਨ ਵੀ ਸਿੱਖ ਕੇ ਆਉਂਦੇ ਉੱਥੇ। ਇਸ ਕਰਕੇ ਇੱਕ ਦਿਨ ਜ਼ਰੂਰ ਪਰਮੇਸ਼ਵਰ ਕੀ ਕਰਦਾ, ਸਾਨੂੰ ਖੜੇ ਕਰਦਾ ਆ। ਜਦੋਂ ਅਸੀਂ ਪ੍ਰਭੂ ਦੇ ਵਚਨ ਨੂੰ ਪੂਰਾ ਕਰਦੇ ਹਾਂ, ਪਰਮੇਸ਼ਵਰ ਦੇ ਇੱਕ ਦਾਸ ਦੀ ਗੱਲ ਨੂੰ ਮੰਨਦੇ ਹਾਂ, ਉਹਦਾ ਇਨਕਾਰ ਨਹੀਂ ਕਰਦੇ, ਅਤੇ ਸੱਚਮੁੱਚ ਪਰਮੇਸ਼ਵਰ ਆਪਣੇ ਸਮੇਂ ਦੇ ਨਾਲ ਸਾਨੂੰ ਕੀ ਕਰ ਲੈਂਦਾ ਜੀ, ਖੜੇ ਕਰਦਾ, ਹਾਲੇਲੂਇਆ। ਅਤੇ ਸੱਚਮੁੱਚ ਸ਼ਾਇਦ ਇੱਥੇ ਨਹੀਂ ਉਹਨੇ ਪ੍ਰਚਾਰ ਕੀਤਾ, ਪਰ ਪ੍ਰਭੂ ਨੇ ਕਿੱਥੇ ਉਹਨੂੰ ਖੜੇ ਕੀਤਾ, ਦੁਬਈ ਦੇ ਵਿੱਚ ਪ੍ਰਚਾਰ ਕਰਨ ਵਾਲਾ ਬਣਾ ਦਿੱਤਾ, ਹਾਲੇਲੂਇਆ। ਅਤੇ ਔਰ ਜਿੱਥੇ 2-3 ਜਗ੍ਹਾ ਦੇ ਵਿੱਚ ਬਦਲਿਆ, 3 ਜਗ੍ਹਾ ਦੀਆਂ ਸੰਗਤੀਆਂ ਸੀ, 3 ਜਗ੍ਹਾ ਦੇ ਵਿੱਚ ਉਹਨੂੰ ਪ੍ਰਚਾਰ ਕਰਨ ਨੂੰ ਟਾਈਮ ਜਿਹੜਾ ਵੀ ਦਿੰਦੇ ਸੀਗੇ। ਇਹਦਾ ਮਤਲਬ ਪਰਮੇਸ਼ਵਰ ਸਾਨੂੰ ਕਿਤੇ ਵੀ ਇਸਤੇਮਾਲ ਕਰ ਸਕਦਾ, ਪਰ ਇਹ ਆ ਸਾਨੂੰ ਪਰਮੇਸ਼ਵਰ ਦੇ ਲਈ ਖੜੇ ਹੋਣ ਦੀ ਜ਼ਰੂਰਤ ਆ। ਸਾਨੂੰ ਇਸ ਸੰਸਾਰ ਦੇ ਵਰਗੇ ਬਣਨ ਦੀ ਜ਼ਰੂਰਤ ਨਹੀਂ ਆ, ਸਾਨੂੰ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਦੇ ਵਰਗੇ ਬਣਨ ਦੀ ਜ਼ਰੂਰਤ ਨਹੀਂ ਆ, ਬਲਕਿ ਉਹਨਾਂ ਨੂੰ ਵੀ ਪ੍ਰਭੂ ਦੇ ਵਿੱਚ ਲੈ ਕੇ ਆਉਣ ਦੀ ਜ਼ਰੂਰਤ ਆ। ਦੇਖੋ ਨਰਕ ਨੂੰ ਤਾਂ ਲੋਕ ਜਾ ਹੀ ਜਾਂਦੇ ਆ, ਹੈ ਨਾ, ਨਰਕ ਵਾਲਾ ਰਸਤਾ ਤਾਂ ਸਿੱਧਾ ਹੀ ਆ, ਉਹਦੇ ਲਈ ਕੋਈ ਟਿਕਟ ਕਟਾਉਣ ਦੀ ਜ਼ਰੂਰਤ ਨਹੀਂ ਆ, ਪਰ ਉਹਦੀ ਟਿਕਟ ਕੈਂਸਲ ਕਰਾਉਣ ਦੀ ਜ਼ਰੂਰਤ ਆ। ਅਤੇ ਮੰਨ ਲਓ ਜਿਨ੍ਹਾਂ ਦੀਆਂ ਕੈਂਸਲ ਹੋਈਆਂ ਆ, ਉਹਨਾਂ ਨੂੰ ਚਾਹੀਦਾ ਦੂਜਿਆਂ ਦੀਆਂ ਕੀ ਕਰਨ, ਦੂਜਿਆਂ ਦੀਆਂ ਅਸੀਂ ਕੈਂਸਲ ਕਰਾਈਏ। ਇਹ ਨਾ ਹੋਈਏ ਅਸੀਂ ਉਹਨਾਂ ਦੇ ਨਾਲ ਆਪਣੀਆਂ ਵੀ ਦੁਬਾਰਾ ਰਿਜ਼ਰਵ ਕਰੀਏ, ਉਹ ਨਹੀਂ ਹੋਣੀਆਂ। ਇਸ ਕਰਕੇ ਦੇਖੋ ਇੱਕ ਵਾਰੀ ਪ੍ਰਭੂ ਦੇ ਦਾਸ ਦੱਸਦੇ ਸੀ ਵੀ ਜਿਹੜਾ ਖਾਤਾ ਬੰਦ ਹੋ ਜਾਏ, ਉਹਨਾਂ ਬਾਰ-ਬਾਰ ਨਹੀਂ ਕਰਾ ਨਹੀਂ ਸਕਦੇ, ਹੈ ਨਾ। ਮੰਨ ਲਓ ਖਾਤਾ ਇੱਕ ਬੰਦ ਹੋ ਗਿਆ, ਅਤੇ ਆਪਾਂ ਜਾਈਏ ਹੁਣ ਵੀ ਉਹਦੇ ਵਿੱਚ ਹੈ ਨਾ ਪੈਸੇ ਜਮ੍ਹਾਂ ਕਰ ਲਓ, ਕਰਨਗੇ ਉਹ ਕਹਿਣਗੇ ਭਾਈ ਇੱਥੇ ਹੈ ਨਹੀਂ, ਹੈ ਨਾ, ਚੈੱਕ ਕਰਨਗੇ ਉਹ ਹੈ ਨਹੀਂ, ਇੱਥੇ ਖਾਤਾ ਹੈ ਨਹੀਂ। ਇਸ ਕਰਕੇ ਯਿਸੂ ਮਸੀਹ ਨੇ ਸਾਡਾ ਖਾਤਾ ਬੰਦ ਕਰ ਦਿੱਤਾ, ਪਾਪਾਂ ਵਾਲਾ ਖਾਤਾ ਬੰਦ ਕਰਤਾ, ਅਤੇ ਅਸੀਂ ਬਾਰ-ਬਾਰ ਕੇ ਉਹਨੂੰ ਜ਼ਬਰਦਸਤੀ ਜਾ ਕੇ ਖੁਲਵਾਉਣ ਦੀ ਕੋਸ਼ਿਸ਼ ਨਾ ਕਰੀਏ। ਇਸ ਕਰਕੇ ਅਸੀਂ ਦੂਸਰੇ ਲੋਕਾਂ ਨੂੰ ਵੀ, ਆਪਣੇ ਭੈਣ ਭਰਾਵਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਪ੍ਰਭੂ ਦੇ ਨਾਲ ਆਪਣੇ ਨਾਲ ਰਲਾ ਕੇ ਉਸ ਸਵਰਗ ਦੇ ਵਿੱਚ ਕੀ ਆ,
ਅਸੀਂ ਲੈ ਕੇ ਜਾ ਸਕੀਏ। ਹਾਲੇਲੂਇਆ। ਕਿਉਂਕਿ ਤਸਵੀਰ ਆ ਬਾਈਬਲ ਦੇ ਅੰਦਰ, ਬਚਨ ਦੇ ਅੰਦਰ ਮੈਂ ਪਿਛਲੀ ਵਾਰ ਦੱਸੀ ਸੀ ਕਿ ਬਾਈਬਲ ਦੇ ਅੰਦਰ ਤਸਵੀਰ ਆ ਕਿ ਲੋਕ ਕਹਿੰਦੇ ਵੀ ਲੈ ਸਵਰਗ ਨਰਕ ਕਿਹਨੇ ਦੇਖਿਆ, ਇੱਥੇ ਹੀ ਆ ਸਾਰਾ ਕੁਛ। ਪਰ ਬਚਨ ਦੱਸਦਾ ਕਿ ਧਨੀ ਤੇ ਲਾਜ਼ਰ ਦੀ ਕਹਾਣੀ ਆਪਾਂ ਨੂੰ ਪਤਾ ਸਾਰਿਆਂ ਨੂੰ, ਹੈ ਨਾ। ਉਹ ਕਹਿੰਦਾ ਵੀ ਹੇ ਪਿਤਾ ਇਹਨੂੰ ਭੇਜ, ਕਿਉਂਕਿ ਉਹ ਸਵਰਗ ਵਿੱਚ ਸੀਗਾ ਅਤੇ ਉਹ ਪਤਾਲ। ਉਹ ਕਹਿੰਦਾ ਉਹ ਆਪਣੇ ਆਪ ਦੱਸਦਾ ਪਿਆ ਮੈਂ ਪਤਾਲ ਵਿੱਚ ਕੀ ਕਰਦਾ ਪਿਆ, ਕਲਪਦਾ ਪਿਆ। ਇਹਦਾ ਮਤਲਬ ਉਹ ਦੋਨੇ ਕੀ ਕਰਦੇ ਸੀ, ਇੱਕ ਦੂਸਰੇ ਨੂੰ ਦੇਖ ਰਹੇ ਸੀ। ਧਰਤੀ 'ਤੇ ਵੀ ਦੇਖ ਰਹੇ ਸੀ, ਉਸ ਜਗ੍ਹਾ 'ਤੇ ਵੀ ਦੇਖ ਰਹੇ ਸੀਗੇ। ਇਸ ਕਰਕੇ ਅੱਜ ਜਿਹੜੇ ਲੋਕ ਆਪਾਂ ਨੂੰ ਇਸ ਧਰਤੀ 'ਤੇ ਮਿਲਦੇ ਪਏ ਆ, ਇੱਕ ਦਿਨ ਉੱਥੇ ਵੀ ਕੀ ਕਰਾਂਗੇ, ਇਹਨਾਂ ਨੂੰ ਮਿਲਾਂਗੇ, ਦੇਖਾਂਗੇ। ਇਸ ਕਰਕੇ ਅੱਜ ਇਹ ਹੀ ਆ ਕਿ ਇਸ ਧਰਤੀ ਦੇ ਉੱਤੇ ਥੋੜ੍ਹਾ ਦੁੱਖ ਉਠਾਉਣ ਦੀ ਜ਼ਰੂਰਤ ਆ ਕਿ ਅਸੀਂ ਉਹਨਾਂ ਦੇ ਕੰਮਾਂ ਵਿੱਚ ਸ਼ਾਮਲ ਨਹੀਂ ਹੋਣਾ, ਉਹਨਾਂ ਵਰਗੇ ਨਹੀਂ ਬਣਨਾ, ਉਹਨਾਂ ਵਰਗੇ ਕੰਮ ਨਹੀਂ ਕਰਨੇ ਅਸੀਂ। ਬਲਕਿ ਇਹ ਹੀ ਆ ਜਦੋਂ ਕੋਈ ਖੁਸ਼ੀ ਮਨਾਉਂਦੇ ਆ ਅਤੇ ਆਪਾਂ ਵਿੱਚ ਗੱਲ ਕਰ ਦਿੰਦੇ ਜਾ ਕੇ, ਅਤੇ ਉਹ ਸ਼ਾਇਦ ਪਰਮੇਸ਼ਰ ਨੂੰ ਮਾੜੀ ਲੱਗੇ। ਪਰ ਅਸੀਂ ਉਹੀ ਜੀਵਨ ਨੂੰ ਜੀਣਾ ਕਿ ਸਾਡੇ ਬੋਲਣ ਤੋਂ, ਸਾਡੇ ਬੈਠਣ ਉੱਠਣ ਤੋਂ ਪਰਮੇਸ਼ਰ ਨੂੰ ਮਾੜੀ ਨਾ ਲੱਗੇ, ਅਸੀਂ ਕਿਤੇ ਪਾਪ ਵਿੱਚ ਨਾ ਪੈ ਜਾਈਏ, ਅਸੀਂ ਉਸ ਸਵਰਗ ਰਾਜ ਦੀ ਦੌੜ ਜਿਹੜੀ ਦੌੜਨ ਡਏ ਆ ਉਹਦੇ ਵਿੱਚੋਂ ਵਾਂਝੇ ਨਾ ਰਹਿ ਜਾਈਏ। ਕਿਉਂਕਿ ਯਿਸੂ ਇੱਕ ਦਿਨ ਆਏਗਾ ਅਤੇ ਆਪਣੇ ਲੋਕਾਂ ਨੂੰ ਨਾਲ ਲੈ ਕੇ ਜਾਏਗਾ, ਪਰ ਜਿਹੜੇ ਤਿਆਰ ਹੋਣਗੇ ਉਹੀ ਉਹਦੇ ਨਾਲ ਜਾਣਗੇ। ਅਤੇ ਇਸ ਵਚਨ ਦੇ ਵਿੱਚ ਬਹੁਤ ਕੁਛ ਅੱਗੇ ਸੀਗਾ, ਟਾਈਮ ਬਹੁਤ ਹੋ ਗਿਆ, ਪਰ ਇੱਕ ਵਚਨ ਫਿਰ ਵੀ ਪੜ੍ਹ ਲਈਏ। ਅਗਲਾ ਵਚਨ ਉਹਦਾ 12 ਦੀ ਜਿਹੜੀ ਜ਼ਬੂਰ 112 ਦਾ, ਫਿਰ ਵੀ ਪੜ੍ਹ ਦਈਏ ਅਗਲੇ 2-3 ਵਚਨ। ਦੂਸਰਾ ਅੰਸ਼ ਧਰਤੀ ਉੱਤੇ ਬਲਵਾਨ ਹੋਵੇਗੀ, ਹਾਂ, ਸਚਿਆਰਾਂ ਦੀ ਪੀੜ੍ਹੀ ਮੁਬਾਰਕ ਹੋਵੇਗੀ। ਹਾਂ, ਇੱਥੇ ਅਗਲਾ ਵਚਨ ਕਹਿੰਦਾ ਉਹਦੀ ਅੰਸ਼, ਦੇਖੋ ਉਹਦੀ ਅੰਸ਼ ਪੀੜ੍ਹੀ ਜਿਹੜੀ ਆ ਧਰਤੀ 'ਤੇ ਕੀ ਹੋਵੇਗੀ ਜੀ, ਬਲਵਾਨ ਹੋਵੇਗੀ, ਬਲਵਾਨ, ਤਾਕਤਵਰ ਹੋਵੇਗੀ। ਇਹਦਾ ਮਤਲਬ ਅਸੀਂ ਜਦੋਂ ਪ੍ਰਭੂ ਦੀ ਮਰਜ਼ੀ ਨੂੰ ਪੂਰਾ ਕਰਦੇ ਹਾਂ, ਪ੍ਰਭੂ ਦੀ ਮਰਜ਼ੀ ਦੇ ਮੁਤਾਬਕ ਚੱਲਦੇ ਹਾਂ, ਅਤੇ ਸਾਡੀ ਆਉਣ ਵਾਲੀ ਅੰਸ਼ ਜਿਹੜੀ ਆ ਉਹ ਵੀ ਕੀ ਹੋਏਗੀ, ਬਲਵਾਨ ਹੋਏਗੀ, ਤਾਕਤਵਰ ਹੋਏਗੀ। ਅਤੇ ਫਿਰ ਲਿਖਿਆ ਸਚਿਆਰਾਂ ਦੀ ਪੀੜ੍ਹੀ ਕੀ ਹੋਏਗੀ ਜੀ, ਮੁਬਾਰਕ ਹੋਏਗੀ। ਹਾਲੇਲੂਇਆ। ਅਤੇ ਅਗਲਾ ਲਿਖਿਆ ਧਨ ਦੌਲਤ ਉਹਦੇ ਘਰ ਵਿੱਚ ਹੈ ਅਤੇ ਉਹਦਾ ਧਰਮ ਸਦਾ ਤੀਕ ਬਣਿਆ ਰਹਿੰਦਾ। ਇਹਦਾ ਮਤਲਬ ਧਨ ਦੌਲਤ ਦੀ ਵੀ ਪ੍ਰਭੂ ਘਾਟਾ ਰਹਿਣ ਨਹੀਂ ਦਿੰਦਾ। ਕਹਿੰਦਾ ਧਨ ਦੌਲਤ ਉਹਦੇ ਘਰ ਵਿੱਚ ਹੈ ਅਤੇ ਉਹਦਾ ਧਰਮ ਜਿਹੜਾ ਸਦਾ ਤੱਕ ਬਣਿਆ ਰਹਿੰਦਾ। ਅਤੇ ਲੋਕ ਧਰਮ ਹੀ ਲੱਭਦੇ ਰਹਿੰਦੇ ਆ, ਪਰ ਪਰਮੇਸ਼ਰ ਕਹਿੰਦਾ ਉਹਦਾ ਧਰਮ ਮੈਂ ਸਦਾ ਤੱਕ ਕੀ ਕਰੂੰਗਾ, ਬਣਾ ਕੇ ਰੱਖੂੰਗਾ। ਇਸ ਕਰਕੇ ਅਸੀਂ ਉਸ ਪਰਮੇਸ਼ਰ ਦੀ ਆਗਿਆਕਾਰੀ ਕਰੀਏ, ਉਸ ਦੇ ਵਚਨ ਨੂੰ ਮੰਨੀਏ, ਔਰ ਉਹ ਜੋ ਕਹਿੰਦਾ ਉਹ ਕਰੀਏ। ਉਹਦਾ 5ਵਾਂ ਵਚਨ ਵੀ ਪੜ੍ਹ ਦਈਏ। ਉਸ ਮਨੁੱਖ ਦਾ ਭਲਾ ਹੁੰਦਾ ਜਿਹੜਾ ਦਇਆਵਾਨ ਤੇ ਉਧਾਰ ਦੇਣ ਵਾਲਾ ਹੈ, ਹਾਂ, ਉਹ ਆਪਣੇ ਕੰਮਾਂ ਨੂੰ ਇਨਸਾਫ ਨਾਲ ਚਲਾਵੇਗਾ। ਹਾਂ, ਇੱਥੇ ਲਿਖਿਆ ਉਸ ਮਨੁੱਖ ਦਾ ਭਲਾ ਹੁੰਦਾ ਜਿਹੜਾ ਕੀ ਆ ਜੀ, ਦਇਆਵਾਨ ਤੇ ਉਧਾਰ ਦੇਣ ਵਾਲਾ। ਅਤੇ ਦੇਖੋ ਪ੍ਰਭੂ ਦਾ ਵਚਨ ਸਾਨੂੰ ਇਹ ਸਿਖਾਉਂਦਾ ਆ। ਸ਼ਾਇਦ ਕੋਈ ਸਾਡੇ ਨਾਲ ਕੁਛ ਵੀ ਕਰੇ, ਪਰ ਆਪਾਂ ਪਰਮੇਸ਼ਰ ਦੇ ਵਚਨ ਨੂੰ ਕੀ ਕਰਨਾ, ਆਪਣਾ ਸੁਭਾਅ ਜਿਹੜਾ ਆਪਾਂ ਨਹੀਂ ਉਹ ਗਵਾਉਣਾ। ਆਪਾਂ ਜੋ ਪ੍ਰਭੂ ਦਾ ਵਚਨ ਕਹਿੰਦਾ ਉਹ, ਫਿਰ ਲਿਖਿਆ ਕਹਾਵਤਾਂ ਦੀ ਕਿਤਾਬ ਵਿੱਚ ਲਿਖਿਆ ਜਿਹੜਾ ਗਰੀਬ ਨੂੰ ਉਧਾਰ ਦਿੰਦਾ, ਮਦਦ ਕਰਦਾ, ਉਹਦੇ ਵਿੱਚ ਲਿਖਿਆ ਉਹ ਪਰਮੇਸ਼ਰ ਨੂੰ ਉਧਾਰ ਦਿੰਦਾ। ਹਾਲੇਲੂਇਆ। ਜਿਹੜਾ ਗਰੀਬਾਂ ਦੀ ਮਦਦ ਕਰਦਾ ਪਰਮੇਸ਼ਰ ਨੂੰ ਉਧਾਰ ਦਿੰਦਾ। ਹਾਲੇਲੂਇਆ। ਤਾਂ ਦੇਖੋ ਪਰਮੇਸ਼ਰ ਕਿੰਨਾ ਵੱਡਾ ਅਹੁਦਾ ਆਪਣੇ ਲੋਕਾਂ ਨੂੰ ਦਿੰਦਾ ਹੈ। ਅਤੇ ਇਸ ਕਰਕੇ ਅਸੀਂ ਉਸ ਪਰਮੇਸ਼ਰ ਦੇ ਵਚਨ ਨੂੰ ਨਾ ਭੁੱਲੀਏ, ਪਰਮੇਸ਼ਰ ਦੀ ਸਿੱਖਿਆ ਨੂੰ ਨਾ ਭੁੱਲੀਏ, ਬਲਕਿ ਉਹਦੇ ਉੱਤੇ ਬਣੇ ਰਹੀਏ ਤਾਂ ਕਿ ਸਾਡੀ ਪੀੜ੍ਹੀ ਮੁਬਾਰਕ ਹੋਏ, ਸਾਡੀ ਜਨਰੇਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਪਰਮੇਸ਼ਰ ਦੇ ਕੰਮਾਂ ਲਈ ਖੜੀ ਹੋ ਜਾਏ, ਤਾਂ ਕਿ ਅਸੀਂ ਹੋਰ ਵੀ ਵੱਧ ਪ੍ਰਭੂ ਦੀ ਸੇਵਾ ਦੇ ਕੰਮਾਂ ਨੂੰ ਕਰ ਸਕੀਏ। ਇਸ ਕਰਕੇ ਫਿਰ ਦੇਖੋ ਸਾਡੇ ਪ੍ਰਚਾਰ ਦੇ ਨਾਲ ਨਹੀਂ ਲੋਕ ਬਚਦੇ, ਸਾਡੇ ਜੀਵਨ ਦੇ ਨਾਲ ਬਚਦੇ ਆ। ਫਿਰ ਲੋਕ ਕਹਿਣਗੇ ਭਰਾਵਾ ਇਹਨਾਂ ਨੂੰ ਨਹੀਂ ਕੁਛ ਵੀ ਕਹਿਣਾ, ਇਹ ਯਿਸੂ ਮਸੀਹ ਦੇ ਲੋਕ ਆ, ਇਹ ਜੋ ਕਹਿੰਦੇ ਉਹ ਹੋ ਜਾਂਦਾ ਹੈ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਨੇ ਕਿਹਾ ਆ ਜੋ ਤੁਸੀਂ ਕਹੋਗੇ ਉਹ ਮੈਂ ਕਰ ਦਿਆਂਗਾ, ਤੁਸੀਂ ਬੋਲੋਗੇ ਅਤੇ ਮੈਂ ਕਰ ਦਾਂਗਾ। ਉਹ ਕਿਉਂਕਿ ਉਹ ਸਾਡਾ ਪਰਮੇਸ਼ਰ ਕੀ ਹੈ, ਅਦਭੁਤ ਕੰਮ ਕਰਨ ਵਾਲਾ ਪਰਮੇਸ਼ਰ ਹੈ। ਤਾਂ ਪ੍ਰਭੂ ਇਸ ਵਚਨ ਦਾ ਸਾਨੂੰ ਆਸ਼ੀਸ਼ ਦੇ। ਆਈਏ ਅਸੀਂ ਪ੍ਰਾਰਥਨਾ ਕਰੀਏ, ਆਪਣੇ ਜੀਵਨਾਂ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਸਮਰਪਣ ਕਰੀਏ। ਸੱਚਮੁੱਚ ਇਸ ਨਵੇਂ ਸਾਲ 2021 ਦੇ ਵਿੱਚ ਅਸੀਂ ਪ੍ਰਭੂ ਦੇ ਅੱਗੇ ਸਮਰਪਣ ਕਰਕੇ ਚੱਲੀਏ ਕਿ ਸੱਚਮੁੱਚ ਪ੍ਰਭੂ ਜੋ ਤੇਰਾ ਵਚਨ ਕਹਿੰਦਾ ਮੈਂ ਉਸੇ ਮੁਤਾਬਕ ਹੀ ਤੇਰੇ ਵਚਨ ਨੂੰ ਜੀਵਾਂਗੀ, ਤਾਂ ਕਿ ਮੇਰੀ ਪੀੜ੍ਹੀ ਜਿਹੜੀ ਆ, ਮੇਰੀ ਆਉਣ ਵਾਲੀ ਅੰਸ਼ ਜਿਹੜੀ ਹੈ ਉਹ ਮੁਬਾਰਕ ਹੋਵੇ, ਬਲਵਾਨ ਹੋਵੇ, ਔਰ ਤੇਰੇ ਵਿੱਚ ਵੱਧਦੀ ਜਾਏ।
ਸੱਚਮੁੱਚ ਅਸੀਂ ਸਾਰੇ ਪ੍ਰਭੂ ਦੇ ਸਵਰਗ ਰਾਜ ਵਿੱਚ ਜਾ ਸਕੀਏ। ਇੱਕ ਵੀ ਇੱਥੇ ਧਰਤੀ 'ਚ ਨਾ ਰਹੇ, ਬਲਕਿ ਸਭ ਦੇ ਸਭ ਪ੍ਰਭੂ ਅਸੀਂ ਤੇਰੇ ਸਵਰਗ ਰਾਜ ਦੇ ਵਿੱਚ ਦਾਖਲ ਹੋ ਸਕੀਏ। ਹਾਲੇਲੂਇਆ। ਧੰਨਵਾਦ ਹੋ ਪ੍ਰਭੂ ਜੀ। ਸਾਮਰਥੀ ਪਰਮੇਸ਼ਰ, ਧੰਨਵਾਦ ਕਰਦਾ ਪ੍ਰਭੂ, ਤੇਰੇ ਬੱਚਿਆਂ ਲਈ ਪ੍ਰਾਰਥਨਾ ਕਰਦਾ ਇਸ 2021 ਦੇ ਵਿੱਚ ਅਗਾ ਵਫਾਦਾਰੀ ਆਗਿਆਕਾਰੀ ਨਾਲ ਪ੍ਰਭੂ ਜੀ ਤੇਰੇ ਪਿੱਛੇ ਚੱਲਦੇ ਰਹਿਣ ਦੇ ਲਈ, ਔਰ ਇੱਕ ਥੰਮ ਬਣ ਕੇ ਪ੍ਰਭੂ ਇਸ ਕਲੀਸਿਆ ਦੇ ਅੰਦਰ ਕੰਮ ਕਰਨ ਦੇ ਲਈ, ਤੇਰੀ ਸੇਵਾ ਦੇ ਕੰਮਾਂ ਵਿੱਚ ਵਧਣ ਲਈ ਆਪਣੇ ਬੱਚਿਆਂ ਦੀ ਮਦਦ और सहायता करो प्रभु जी। और प्रार्थना करदा प्रभु जी इस ग्रेस से जी प्रार्थना भवन नूं दिन ब दिन ਵਧਾਓ, अपने बच्चों नूं ब्लैस करो।